ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਹੁ ਗੁਰ ਸੰਗਤ, ਤਿਹ ਮਲੰਤ ਜਮ ਤਰਾਸ ਮਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਪਤਿਤ ਪਾਵਨ ਭਗਤ ਵਛਲ ਜਗਤ ਗੁਰੂ ਦਾਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਰਹਿਮਤੇ ਭਰੇ ਪਾਵਨ ਦਰਬਾਰ ਅੰਦਰ ਆਪ ਜੀ ਨੇ ਬੜੀ ਪ੍ਰੀਤ ਅਤੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਆਸਕ ਕੀ ਵਾਰ ਦੀ ਪਵਿੱਤਰ ਬਚਨ ਉਪਰੰਤ ਜੋ ਸਤਿਗੁਰਾਂ ਦਾ ਹੁਕਮ ਸਾਨੂੰ ਅੰਮ੍ਰਿਤ ਵੇਲੇ ਨਸੀਬ ਹੋਇਆ, ਉਸ ਹੁਕਮ ਨੂੰ ਆਪਾਂ ਨੇ ਪੜ੍ਹਿਆ ਹੈ, ਆਪਾਂ ਨੇ ਸੁਣਿਆ ਹੈ। ਵਿਚਾਰ ਬਾਰੇ ਸਾਹਿਬ ਦੇ ਚਰਨਾਂ ਵਿੱਚ ਦੁਆ ਕਰਨੀ ਹੈ। ਦਾਤਾ ਤੂੰ ਕਿਰਪਾ ਕਰ, ਅਸੀਂ ਕਲਯੁਗ ਜੀਵ ਹਾਂ, ਸਾਡੇ ਕੋਲ ਇੰਨੀ ਸਮਰੱਥਾ ਇੰਨੀ ਬੁੱਧ ਨਹੀਂ ਹੈ। ਤੁਸੀਂ ਆਪ ਸਾਡੇ ਹਿਰਦੇ ਦੇ ਅੰਦਰ ਸੁਭਾਏਮਾਨ ਹੋ ਕੇ ਆਪਣੀ ਅੰਮ੍ਰਿਤ ਰੂਪੀ ਬਾਣੀ ਦੀ ਵਿਚਾਰ ਆਪ ਹੀ ਕਰਵਾ ਲਓ। ਹਜ਼ੂਰ ਨਾਲ ਸਾਂਝ ਪਾਈਏ, ਸਰਬੱਤ ਮਾਈ ਪਾਈ ਆਖੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤ ਦੇ ਭਰੇ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਅੰਗ 649 ਅਤੇ 650 ਤੇ ਸੁਭਾਏਮਾਨ ਹਨ। ਸਮੇਂ ਦੇ ਨਜਾਕਤ ਨੂੰ ਸਮਝਦਿਆਂ ਹੋਇਆਂ ਆਪਾਂ ਗੁਰੂ ਕੇ ਸ਼ਬਦ ਦੀ ਵਿਚਾਰ ਆਰੰਭ ਕਰਨੀ ਹੈ। ਦਾਤਾ ਜੀ ਇਹ ਸ਼ਬਦ ਦੇ ਅੰਦਰ ਸਾਨੂੰ ਸਮਝਾਉਂਦੇ ਕੀ ਨੇ? ਸਾਹਿਬ ਕਹਿੰਦੇ ਨੇ ਸ਼ਲੋਕ ਮਹੱਲਾ ਤੀਜਾ। ਤੀਜੇ ਗੁਰੂ ਨਾਨਕ ਧੰਨ ਧੰਨ ਬਾਬਾ ਅਮਰਦਾਸ ਜੀ ਬਜ਼ੁਰਗ ਬਾਪੂ, ਜਿਨ੍ਹਾਂ ਦੇ ਰਸਨਾ ਤੋਂ ਮੁਬਾਰਕ ਬਚਨ ਸਾਡੇ ਸਨਮੁਖ ਹਨ। ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ। ਗੱਲ ਤੇ ਸਾਰੀ ਇੱਕ ਸ਼ਬਦ ਦੇ ਨਾਲ ਲਿਵ ਲਾਉਣ ਦੀ ਹੈ। ਹਜ਼ਾਰਾਂ ਸ਼ਬਦ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਅਜੇ ਤੱਕ ਸਾਡੀ ਲਿਵ 'ਤੇ ਲੱਗੀ ਨਹੀਂ। ਇਹ ਗੁਰੂ ਬਾਬਾ ਕਿਰਪਾ ਕਰਦੇ ਜੇ ਆਪ ਹੀ ਲਾ ਦੇ। ਮਨੁੱਖ ਦਾ ਕਰਮ ਬਣਦਾ ਹੈ ਹਿੰਮਤ ਕਰਨਾ, ਮਿਹਨਤ ਕਰਨਾ, ਬਾਕੀ ਰਹਿਮਤ ਸਤਿਗੁਰੂ ਜੀ ਵਰਤਾਉਂਦੇ ਨੇ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੀ ਸੁਰਤ ਪਰਮੇਸ਼ਰ ਦੇ ਸ਼ਬਦ ਦੇ ਨਾਲ ਲੱਗ ਗਈ, ਅਸਲ ਵਿੱਚ ਬ੍ਰਹਮ ਦੇ ਨਾਲ, ਬ੍ਰਹਮ ਦਾ ਅਰਥ ਹੈ ਮਾਲਕ, ਮਾਲਕ ਨਾਲ ਜਿਨ੍ਹਾਂ ਦੀ ਸੁਰਤ ਲੱਗ ਗਈ ਸ਼ਬਦ ਦੇ ਦੁਆਰਾ, ਅਸਲ ਵਿੱਚ ਉਹਨੂੰ ਹੀ ਪਤਾ ਹੈ ਕਿ ਬ੍ਰਹਮਤ ਕੀ ਹੈ। ਉਹਨੂੰ ਗਿਆਨ ਹੋ ਜਾਂਦਾ ਹੈ, ਉਹਨੂੰ ਸੋਝੀ ਹੋ ਜਾਂਦੀ ਹੈ। ਜੋ ਕੁਛ ਅੰਦਰ ਹੈ ਉਹ ਕੁਛ ਹੀ ਬਾਹਰ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਪੀਪਾ ਪਰਮੇ ਪਰਮ ਤਤ ਹੈ, ਸਤਿਗੁਰੂ ਹੋਏ ਲਖਾਵੇ। ਉਹਨਾਂ ਨੂੰ ਅੰਤਰ ਆਤਮਾ ਗਿਆਨ ਹੋ ਜਾਂਦਾ ਵੀ ਉਹ ਅੰਦਰ ਵੀ ਹੈ ਅਤੇ ਉਹ ਬਾਹਰ ਵੀ ਹੈ। ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦੇ ਦੁਆਰਾ ਬ੍ਰਹਮ ਪਰਮੇਸ਼ਰ ਆਣ ਕੇ ਅੰਦਰ ਗਿਆ ਟਿਕ,
ਮਾਲਕ ਦਾ ਅੰਦਰ ਹੋ ਗਿਆ ਵਾਸਾ। ਫਿਰ ਹੁੰਦਾ ਕੀ ਹੈ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। 9 ਨਿਧੀਆਂ 18 ਸਿੱਧੀਆਂ, ਜਿਨ੍ਹਾਂ ਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਸਾਰੇ ਜੋਗੀ, ਬਹੁਤ ਸਾਰੇ ਸਿੱਧ ਅਤੇ ਨਾਥ ਲੋਕ ਸਾਰੀ ਜ਼ਿੰਦਗੀ ਤਪ ਕਰਦੇ ਨੇ। ਅਤੇ ਜਦੋਂ ਉਹਨਾਂ ਦਾ ਤਪ ਸੰਪੂਰਨ ਹੁੰਦਾ ਹੈ, ਫਿਰ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ। ਫਿਰ ਉਹਨਾਂ ਦਾ ਮਨ ਹੈ ਜਿੱਥੇ ਉੱਡ ਕੇ ਜਾਣਾ ਹੈ ਉਹ ਚਲੇ ਜਾਂਦੇ ਨੇ। ਉਹਨਾਂ ਦਾ ਮਨ ਹੈ ਉਹ ਆਪਣਾ ਜਿਹੜਾ ਸਰੀਰ ਹੈ ਛੋਟਾ ਵੀ ਬਣਾ ਲੈਂਦੇ ਨੇ। ਉਹਨਾਂ ਦਾ ਮਨ ਹੈ ਆਪਣੇ ਸਰੀਰ ਦਾ ਵੱਡਾ ਆਕਾਰ ਵੀ ਬਣਾ ਲੈਂਦੇ ਨੇ। ਉਹਨਾਂ ਦੇ ਅੰਦਰ ਤਾਕਤ ਆਉਂਦੀ ਹੈ, ਜਿਸ ਵੀ ਵਸਤੂ ਦਾ ਉਹ ਰੂਪ ਧਾਰਨ ਕਰਨਾ ਚਾਹੁਣ ਉਹ ਕਰ ਲੈਂਦੇ ਨੇ। ਅਤੇ ਮੇਰੇ ਵਾਹਿਗੁਰੂ ਕਹਿੰਦੇ ਨੇ, ਇਹੋ ਜਿਹਾ ਤਪ ਕਰਨ ਦੀ ਲੋੜ ਨਹੀਂ, ਉਮਰ ਵਧਾਉਣ ਦੀ ਲੋੜ ਨਹੀਂ, ਕਿਸੇ ਦਾ ਸਰੂਪ ਧਾਰਨ ਕਰਨ ਦੀ ਲੋੜ ਨਹੀਂ। ਲੋੜ ਇੱਕ ਹੈ ਕਿ ਉਸ ਹਰੀ ਨੂੰ ਆਪਣੇ ਅੰਦਰ ਵਸਾਉਣਾ ਹੈ। ਅਤੇ ਹਰੀ ਉਦੋਂ ਅੰਦਰ ਵਸਦਾ ਜਦੋਂ ਮਨ ਇਕਾਗਰ ਕਰਕੇ ਇਹ ਮਨੁੱਖ ਜਪੇ ਸਤਨਾਮ ਸ਼੍ਰੀ ਵਾਹਿਗੁਰੂ। ਬਿਨ ਸਤਿਗੁਰੂ ਨਾਉ ਨਾ ਪਾਈਏ, ਬੂਝੋ ਕਰ ਵਿਚਾਰ, ਪਰ ਸੱਚੇ ਸਤਿਗੁਰਾਂ ਤੋਂ ਬਿਨਾਂ ਮਾਲਕ ਦਾ ਨਾਮ ਵੀ ਪ੍ਰਾਪਤ ਨਹੀਂ ਹੁੰਦਾ। ਵਾਹਿਗੁਰੂ ਦੀਆਂ ਰਹਿਮਤਾਂ ਵੀ ਨਸੀਬ ਨਹੀਂ ਹੁੰਦੀਆਂ। ਥੋੜ੍ਹੀ ਜਿਹੀ ਵਿਚਾਰ ਕਰਕੇ ਸਮਝੋ ਕਿ ਅੱਜ ਤੱਕ ਆਪਣੇ ਆਪ ਮਨੁੱਖ ਨੂੰ ਕੁਛ ਨਹੀਂ ਮਿਲਿਆ। ਜਦੋਂ ਇਹ ਕਿਸੇ ਨਾ ਕਿਸੇ ਨੂੰ ਗੁਰੂ ਧਾਰਨ ਕਰ ਲੈਂਦਾ, ਆਪਣਾ ਮੁਰਸ਼ਿਦ ਬਣਾ ਲੈਂਦਾ ਹੈ, ਫਿਰ ਜਿਹੜਾ ਮੁਰਸ਼ਿਦ ਹੈ ਗਿਆਨ ਦਿੰਦਾ ਹੈ। ਗਿਆਨ, ਅਤੇ ਗਿਆਨ ਦਾ ਅਰਥ ਹੁੰਦਾ ਹੈ ਪ੍ਰਕਾਸ਼। ਜਦੋਂ ਗੁਰੂ ਦੇ ਗਿਆਨ ਦੇ ਮੁਤਾਬਕ ਮਨੁੱਖ ਦੇ ਹਿਰਦੇ ਦੇ ਅੰਦਰ ਪ੍ਰਕਾਸ਼ ਪੈਦਾ ਹੁੰਦਾ ਹੈ, ਫਿਰ ਉਸ ਇਨਸਾਨ ਨੂੰ ਅੰਤਰ ਆਤਮਾ ਸੋਝੀ ਹੋ ਜਾਂਦੀ ਹੈ। ਮੈਂ ਦੁਨੀਆ ਦੇ ਅੰਦਰ ਕਿਉਂ ਆਇਆ, ਮੈਨੂੰ ਸੰਸਾਰ ਦੇ ਅੰਦਰ ਕਿਸ ਵਾਸਤੇ ਮਾਲਕ ਨੇ ਤੋਰਿਆ, ਇਸ ਸੰਸਾਰ ਦੇ ਅੰਦਰ ਮੈਂ ਆਣ ਕੇ ਕਰਨਾ ਕੀ ਹੈ, ਇਹਨਾਂ ਤਿੰਨਾਂ ਗੱਲਾਂ ਦੀ ਸੋਝੀ ਹੋ ਜਾਂਦੀ ਹੈ। ਫਿਰ ਇਹ ਮਨੁੱਖ ਆਪਣੀ ਜ਼ਿੰਦਗੀ ਦੇ ਰਸਤੇ ਨੂੰ ਬਦਲਦਾ ਹੈ। ਪਹਿਲਾਂ ਜੀਵਨ ਦਾ ਰਸਤਾ ਸੰਸਾਰ ਵਾਲੇ ਪਾਸੇ ਲੈ ਕੇ ਤੁਰਿਆ ਜਾ ਰਿਹਾ ਸੀ। ਅੱਜ ਗੁਰੂ ਦੀਆਂ ਰਹਿਮਤਾਂ ਹੋਈਆਂ, ਜੀਵਨ ਦਾ ਮੋੜ ਮੁੜਿਆ, ਜੀਵਨ ਨੂੰ ਕਰਤਾਰ ਵਾਲੇ ਪਾਸੇ ਲੈ ਕੇ ਇਹ ਤੁਰ ਪਿਆ। ਜੀਵਨ ਦੇ ਅੰਦਰ ਘਟਨਾ ਇੱਕ ਵਾਰੀ ਜ਼ਰੂਰ ਆਉਂਦੀ ਹੈ, ਮਨੁੱਖ ਸਮਝ ਆਏ ਤੇ ਸਮਝ ਆਏ, ਨਾ ਸਮਝੇ ਤੇ ਉਹ ਘਟਨਾ ਤੋਂ ਅੱਗੇ ਵੀ ਲੰਘ ਸਕਦਾ ਹੈ। ਅਤੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਇੱਕ ਸਮਾਂ ਖੁੰਝਾ ਦਿੱਤਾ, ਬਾਕੀ ਦੁਬਾਰਾ ਉਹਨਾਂ ਨੂੰ ਜ਼ਿੰਦਗੀ ਵਿੱਚ ਸਮਾਂ ਪ੍ਰਾਪਤ ਨਹੀਂ ਹੁੰਦਾ। ਪੁਰਾਤਨ ਕਹਾਵਤ ਹੈ ਨਾ, ਜਿਹੜਾ ਪਾਣੀ ਇੱਕ ਵਾਰੀ ਪੁਲ ਦੇ ਥੱਲੋਂ ਲੰਘ ਜਾਏ ਨਾ, ਉਹ ਦੁਬਾਰਾ ਕਦੇ ਵਾਪਸ ਨਹੀਂ ਆਇਆ। ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਵਿੱਚ ਜਦੋਂ ਕੋਈ ਇੱਕ ਸੁਹਾਣਾ ਸਮਾਂ ਲੰਘ ਜਾਏ ਨਾ, ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਜਿਹੜਾ ਸਮਾਂ ਕਦੇ ਉਸ ਮਨੁੱਖ ਦੇ ਹੱਥ ਵਿੱਚ ਨਹੀਂ ਆਉਂਦਾ। ਹਜ਼ੂਰ ਦਾਤਾ ਕਹਿੰਦੇ, ਨਾਨਕ ਪੂਰੇ ਭਾਗ ਸਤਿਗੁਰੂ ਮਿਲੇ, ਪਰ ਕਰਮ ਚੰਗੇ ਹੋਣ। ਭਾਗ ਚੰਗੇ ਹੋਣ, ਮਨੁੱਖ ਦੇ ਅੰਦਰ ਗੁਣ ਚੰਗੇ ਹੋਣ, ਮਨੁੱਖ ਦੇ ਚੰਗੇ ਮਨੁੱਖਾਂ ਦੇ ਨਾਲ ਬੈਠਣੀ ਉੱਠਣੀ ਹੋਵੇ, ਮਨੁੱਖ ਸੰਗਤ ਦੇ ਅੰਦਰ ਬੈਠਣ ਵਾਲਾ ਹੋਵੇ, ਮਨੁੱਖ ਆਪਣੇ ਗੁਰੂ ਦੇ ਬਚਨਾਂ ਦੇ ਮੁਤਾਬਕ ਚੱਲਣ ਵਾਲਾ ਹੋਵੇ, ਭਾਗ ਚੰਗੇ ਹੋਣ, ਫਿਰ ਸੁਖ ਪਾਏ ਜੁਗ ਚਾਰ। ਇਹ ਜ਼ਿੰਦਗੀ ਦੇ ਅੰਦਰ ਫਿਰ ਸੁੱਖ ਹੀ ਸੁੱਖ ਹਨ। ਮਨੁੱਖ ਜਦੋਂ ਮਾੜੇ ਮਨੁੱਖਾਂ ਦੇ ਅੰਦਰ ਬਹਿ ਜਾਂਦਾ ਹੈ, ਫਿਰ ਕਦਮ ਕਦਮ ਦੇ ਉੱਤੇ ਦੁੱਖ ਨੇ। ਵੇਖੋ, ਬੰਦਾ ਭਾਵੇਂ ਕਿੰਨਾ ਸਿਆਣਾ ਹੋਵੇ, ਕਿੰਨਾ ਵਿਦਵਾਨ ਹੋਵੇ, ਕਿੰਨਾ ਪੜ੍ਹਿਆ ਲਿਖਿਆ ਹੋਵੇ, ਪਰ ਜਦੋਂ ਉਹ ਕਿਸੇ ਮਾੜੇ ਬੰਦਿਆਂ ਵਿੱਚ ਬਹਿਣਾ ਸ਼ੁਰੂ ਕਰ ਦਿੰਦਾ, ਹੌਲੀ ਹੌਲੀ ਉਹਦਾ ਜਿਹੜਾ ਗਿਆਨ ਹੈ ਉਹ ਘਟਦਿਆਂ ਘਟਦਿਆਂ ਆਖਰ ਘਟ ਜਾਂਦਾ। ਮਨੁੱਖ ਦਿਨ ਰਾਤ ਚਿੰਤਾ ਕਰੇ ਜਾਏ, ਚਿੰਤਾ ਫਿਕਰ ਹੀ ਕਰੀ ਜਾਏ, ਮੈਂ ਨਾ ਹੋਵਾਂ ਤੇ ਪਰਿਵਾਰ ਦਾ ਕੀ ਬਣੇਗਾ, ਜੇ ਮੈਂ ਇਹ ਕੰਮ ਨਾ ਕੀਤਾ ਤੇ ਮੈਨੂੰ ਮੱਤ ਕਿੱਥੋਂ ਆਵੇਗੀ, ਜੇ ਮੈਂ ਇਹ ਕੰਮ ਨਾ ਕੀਤਾ ਤੇ ਮੈਨੂੰ ਲਾਭ ਪ੍ਰਾਪਤ ਕਿੱਥੋਂ ਹੋਵੇਗਾ। ਚਿੰਤਾ ਦੇ ਸਾਗਰ ਵਿੱਚ ਦਿਨੇ ਵੀ ਡੁੱਬਿਆ ਰਹੇ,
ਰਾਤ ਨੂੰ ਸੌਣ ਲੱਗੇ ਵੀ ਚਿੰਤਾ ਦਾ ਬੋਝ ਦਿਮਾਗ 'ਤੇ ਰੱਖ ਕੇ ਸੌਵੇਂ। ਇੱਕ ਸਮਾਂ ਐਸਾ ਆਵੇਗਾ ਉਸ ਮਨੁੱਖ ਦਾ ਜਿਹੜਾ ਦਿਮਾਗ ਹੈ ਉਹ ਖੋਖਲਾ ਹੋ ਜਾਏਗਾ। ਤੀਸਰੀ ਗੱਲ ਹੈ, ਜਿੰਨੀ ਦੇਰ ਤੱਕ ਇਹ ਦੌੜਦਾ ਹੋਇਆ ਮਨ ਟਿਕਦਾ ਨਹੀਂ, ਉਨੀ ਦੇਰ ਤੱਕ ਇਸ ਮਨੁੱਖ ਦਾ ਧਿਆਨ ਗੁਰੂ ਸ਼ਬਦ ਵਾਲੇ ਪਾਸੇ ਨਹੀਂ ਲੱਗ ਸਕਦਾ। ਜਦੋਂ ਇਹ ਜੀਵ ਸੰਸਾਰ ਦੇ ਕਿਸੇ ਮਨੁੱਖ ਦੇ ਕੋਲੋਂ ਮੰਗਣਾ ਸ਼ੁਰੂ ਕਰ ਦਿੰਦਾ, ਇਹਦੀ ਜਿਹੜੀ ਪੱਤ ਹੈ, ਇਹਦੀ ਜਿਹੜੀ ਇੱਜ਼ਤ ਹੈ ਉਹ ਜਾਂਦੀ ਰਹਿੰਦੀ ਹੈ। ਇਹ ਮਨੁੱਖ ਜਦੋਂ ਫਿਰ ਆਪਣੇ ਸੁਚੱਜੇ ਗੁਰੂ ਨੂੰ ਛੱਡ ਕੇ ਸੰਸਾਰ ਦੇ ਲੋਕਾਂ ਦੀਆਂ ਗੱਲਾਂ ਵਾਲੇ ਪਾਸੇ ਨੂੰ ਚੱਲ ਪੈਂਦਾ, ਆਪਣੇ ਮਿੱਤਰ ਆਪਣੇ ਦੋਸਤ ਦੇ ਘਰ ਰੋਜ਼ ਹੀ ਤੁਰਿਆ ਜਾਂਦਾ ਹੈ, ਤੇ ਹਕੀਕਤ ਹੈ ਇਹਦੇ ਪਿਆਰ ਵਿੱਚ ਫਰਕ ਪੈ ਜਾਂਦਾ ਹੈ। ਇਹ ਮਨੁੱਖ ਫਿਰ ਜਦੋਂ ਦਲਿੱਦਰ ਕਰਦਾ, ਸਮੇਂ ਦੇ ਉਹਨਾਂ ਮਾੜੇ ਕਰਮਾਂ ਦੇ ਅੰਦਰ ਤੁਰਦਾ ਹੈ, ਮਾੜੇ ਧੰਦਿਆਂ ਦੇ ਅੰਦਰ ਚੱਲਦਾ ਹੈ, ਤੇ ਇਹਦੇ ਕੋਲ ਜਿੰਨਾ ਵੀ ਧਨ ਦੌਲਤ ਹੈ ਸਭ ਖਤਮ ਹੋ ਜਾਂਦਾ ਹੈ। ਜੇ ਇਹ ਗੁਰੂ ਦੀ ਕਿਰਪਾ ਦੇ ਦੁਆਰਾ ਇਹਦੇ ਭਾਗ ਚੰਗੇ ਹੋਣ, ਇਹਦੇ ਕਰਮ ਚੰਗੇ ਹੋਣ, ਤੇ ਇਹ ਸਤ ਸੰਗਤ ਵਾਲੇ ਪਾਸੇ ਆ ਜਾਏ, ਗੁਰੂ ਦੀ ਗੱਲ ਨੂੰ ਸੁਣ ਕੇ ਆਪਣੇ ਹਿਰਦੇ ਦੇ ਅੰਦਰ ਵਸਾ ਲੇ, ਜਿਵੇਂ ਜਿਵੇਂ ਫਿਰ ਇਹ ਗੁਰੂ ਦੇ ਗੁਣਾਂ ਨੂੰ ਸੁਣੇਗਾ, ਆਪਣੀ ਰਸਨਾ ਤੋਂ ਮਾਲਕ ਦੇ ਗੁਣਾਂ ਨੂੰ ਗਾਏਗਾ, ਗਾਉਂਦਿਆਂ ਗਾਉਂਦਿਆਂ ਇੱਕ ਸਮਾਂ ਜ਼ਿੰਦਗੀ ਦਾ ਐਸਾ ਫਿਰ ਜ਼ਰੂਰ ਆਵੇਗਾ, ਅੰਦਰ ਜਿੰਨੇ ਵੀ ਪਾਪ ਨੇ, ਜਿੰਨੇ ਗੁਨਾਹ ਨੇ, ਇਹ ਸਾਰੇ ਪਲਾਂ ਦੇ ਅੰਦਰ ਗੁਰੂ ਕਾ ਸ਼ਬਦ ਕੱਟ ਕੇ ਰੱਖ ਦੇਗਾ। ਇੱਕ ਵਿਦਵਾਨ ਨੇ ਬੜੇ ਪਿਆਰੇ ਜਿਹੇ ਬਚਨ ਲਿਖੇ, ਉਹ ਕਹਿੰਦਾ, ਗਿਆਨ ਘਟੇ ਨਰ ਮੂੜ ਕੀ ਸੰਗਤ, ਧਿਆਨ ਘਟੇ ਬਿਨ ਧੀਰਜ ਆਏ, ਮਾਨ ਘਟੇ ਜਬ ਹੀ ਕਿਛ ਮੰਗਤ, ਪ੍ਰੀਤ ਘਟੇ ਨਿਤ ਮਿੱਤਰ ਕੇ ਜਾਏ, ਦਰਬ ਘਟੇ ਜੁਆ ਜੰਗਮ ਖੇਲਤ, ਬੁੱਧ ਘਟੇ ਚਿੰਤਾ ਚਿਤ ਲਾਏ, ਉਦਮ ਸੇ ਦਲਿੱਦਰ ਘਟੇ, ਪਾਪ ਘਟੇ ਹਰ ਕੇ ਗੁਣ ਗਾਏ। ਜਦੋਂ ਇਹ ਮਨੁੱਖ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ, ਜਿਵੇਂ ਜਿਵੇਂ ਗਾਏ ਜਾ ਰਿਹਾ, ਤਿਵੇਂ ਤਿਵੇਂ ਇਹਦੇ ਜਿਹੜੇ ਪਾਪ ਹਨ ਉਹ ਖਤਮ ਹੁੰਦੇ ਜਾ ਰਹੇ ਨੇ। ਸੋ ਵਾਹਿਗੁਰੂ ਜੀ ਕਹਿੰਦੇ ਨੇ ਫਿਰ ਇਹਦੇ ਜੀਵਨ ਦੇ ਅੰਦਰ ਸੁੱਖ ਹੀ ਸੁੱਖ ਆ ਜਾਂਦਾ ਹੈ। ਅੰਦਰ ਜਿੰਨੇ ਵੀ ਦੁੱਖ ਨੇ, ਜਿੰਨੇ ਕਲੇਸ਼ ਨੇ, ਸਭ ਖਤਮ ਹੋ ਜਾਂਦੇ। ਨਾਨਕ ਪੂਰੇ ਭਾਗ ਸਤਿਗੁਰੂ ਮਿਲੇ, ਭਾਗ ਚੰਗੇ ਹੋਣ ਤੇ ਸੱਚਾ ਸਤਿਗੁਰੂ ਪ੍ਰਾਪਤ ਹੁੰਦਾ ਹੈ। ਸੁਖ ਪਾਏ ਜੁਗ ਚਾਰ, ਆ ਜਿੰਨਾ ਕੁ ਜੀਵਨ ਹੈ, ਇਸ ਜੀਵਨ ਦੇ ਅੰਦਰ ਫਿਰ ਸੁੱਖ ਹੀ ਸੁੱਖ ਬਾਕੀ ਰਹਿ ਜਾਂਦੇ ਨੇ। ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਇਸ ਸੰਸਾਰ ਦੇ ਅੰਦਰ ਹਾਲਾਤ ਇਹੋ ਜਿਹੇ ਬਣ ਗਏ, ਭਾਵੇਂ ਕੋਈ ਮਨੁੱਖ ਬਜ਼ੁਰਗ ਹੈ ਤੇ ਚਾਹੇ ਕੋਈ ਮਨੁੱਖ ਬਿਰਧ ਹੈ, ਵਾਹਿਗੁਰੂ ਗੱਭਰੂ ਹੈ, ਚਾਹੇ ਕੋਈ ਗੱਭਰੂ ਹੈ ਤੇ ਚਾਹੇ ਕੋਈ ਬਜ਼ੁਰਗ ਹੈ, ਪਰ ਦੋਵਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਕਿਸੇ ਹੱਦ ਤੱਕ ਤੇ ਮੰਨਿਆ ਚਲੋ ਗੱਭਰੂ ਦੇ ਮਨ ਦੇ ਅੰਦਰ ਤ੍ਰਿਸ਼ਨਾ ਹੈ ਵੀ ਮੈਂ ਆਹ ਕੁਛ ਬਣਾਉਣਾ, ਇਹ ਗੱਲ ਤੇ ਕਿਸੇ ਹੱਦ ਤੱਕ ਮੰਨਣ ਦੇ ਯੋਗ ਹੈ। ਪਰ ਜਦੋਂ ਕੋਈ ਬਜ਼ੁਰਗ ਹੋ ਜਾਵੇ, ਉਹਦੇ ਕੋਲ ਸਾਰਾ ਕੁਝ ਹੀ ਬਣਿਆ ਹੋਵੇ, ਘਰ ਬਣਿਆ ਹੋਵੇ, ਸਾਧਨ ਬਣੇ ਹੋਣ, ਪਰਿਵਾਰ ਸਾਰਾ ਰਾਜੀ ਖੁਸ਼ੀ ਨਾਲ ਆਪਣੀ ਜ਼ਿੰਦਗੀ ਬਤੀਤ ਕਰਦਾ ਹੋਵੇ, ਫਿਰ ਵੀ ਜੇ ਉਸ ਮਨੁੱਖ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਨਾ, ਤੇ ਮੇਰੇ ਵਾਹਿਗੁਰੂ ਕਹਿੰਦੇ ਨੇ ਇਹ ਅੱਗ ਨੂੰ ਬੁਝਾਏਗਾ ਕਦੋਂ? ਜਵਾਨ ਮਨੁੱਖ ਦੇ ਅੰਦਰ ਤ੍ਰਿਸ਼ਨਾ ਨੂੰ ਮੰਨਣਾ ਕੋਈ ਸਮਝ ਆਉਂਦੀ ਹੈ, ਪਰ ਕਿਸੇ ਬਜ਼ੁਰਗ ਦੇ ਅੰਦਰ ਲੱਗੀ ਹੋਈ ਤ੍ਰਿਸ਼ਨਾ ਦੀ ਅੱਗ, ਮੇਰਾ ਬਾਪੂ ਕਹਿੰਦਾ ਇਹ ਸਮਝ ਤੋਂ ਬਾਹਰ ਹੈ। ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ, ਤ੍ਰਿਸ਼ਨਾ ਭੁੱਖ ਨਾ ਜਾਏ, ਗੁਰਮੁਖ ਸ਼ਬਦੇ ਰਤਿਆਂ ਸੀਤਲ ਹੋਏ, ਆਪ ਗਵਾਏ। ਪਰ ਜਿਨ੍ਹਾਂ ਦਾ ਮੁਖ ਗੁਰੂ ਵਾਲੇ ਪਾਸੇ ਹੈ, ਵੇਖੋ ਗੁਰਮੁਖ ਅਤੇ ਮਨਮੁਖ ਵਿੱਚ ਇੰਨਾ ਕੁ ਫਰਕ ਹੈ। ਗੁਰਮੁਖ ਤੋਂ ਭਾਵ ਹੈ ਜਿਹੜਾ ਅੱਠੇ ਪੈਰ ਗੁਰੂ ਨੂੰ ਚੇਤੇ ਵਿੱਚ ਰੱਖਦਾ ਹੈ। ਗੁਰਮੁਖ ਤੋਂ ਭਾਵ ਹੈ ਜਿਹਨੇ ਆਪਣੇ ਗੁਰੂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ। ਮਨਮੁਖ ਤੋਂ ਭਾਵ ਹੈ ਕਿ ਜਿਹੜੇ ਬੰਦੇ ਨੇ ਆਪਣੇ ਮਨ ਦੀ ਹੀ ਗੱਲ ਮੰਨ ਲਈ। ਹੁਣ ਜਿਹੜਾ ਮਨ ਹੈ ਇਹ ਮਨੁੱਖ ਨੂੰ ਟਿਕਣ ਥੋੜ੍ਹਾ ਦਿੰਦਾ ਹੈ, ਇਹ ਤੇ ਦਿਨ ਰਾਤ ਮਨੁੱਖ ਨੂੰ ਦਰੜਾਈ ਫਿਰਦਾ, ਇਹ ਤੇ ਇਸ ਮਨੁੱਖ ਨੂੰ ਇੱਕ ਘੜੀ ਵੀ ਟਿਕਣ ਨਹੀਂ ਦਿੰਦਾ।
ਇਹ ਕੇਵਲ ਬੰਦਾ ਫਿਰ ਮਨ ਦੀ ਗੱਲ ਨੂੰ ਸੁਣਨ ਵਾਲੇ ਨੂੰ ਹੀ ਮੇਰੇ ਵਾਹਿਗੁਰੂ ਨੇ ਮਨਮੁਖ ਆਖਿਆ ਹੈ। ਤੇ ਜਿਹੜਾ ਗੁਰਮੁਖ ਬੰਦਾ ਹੈ, ਜੋ ਗੁਰੂ ਗੱਲ ਕਹਿੰਦਾ ਹੈ ਇਹ ਮਨੁੱਖ ਮੰਨ ਲੈਂਦਾ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹੜਾ ਬੰਦਾ ਗੁਰੂ ਦੀ ਗੱਲ ਨੂੰ ਮੰਨ ਲੈਂਦਾ ਹੈ, ਗੁਰੂ ਜੀ ਦੀ ਸਿੱਖਿਆ ਨੂੰ ਸੁਣ ਕੇ ਵਿਚਾਰ ਕੇ ਅੰਦਰ ਵਸਾ ਲੈਂਦਾ। ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਜੀ ਦੀ ਸਿੱਖਿਆ ਦੇ ਮੁਤਾਬਕ ਜਿਹੜਾ ਇਨਸਾਨ ਜ਼ਿੰਦਗੀ ਦਾ ਪਾਸਾ ਢਾਲਦਾ, ਇਹੋ ਜਿਹੇ ਮਨੁੱਖ ਦਾ ਜਿਹੜਾ ਹਿਰਦਾ ਹੈ ਨਾ ਉਹ ਸੀਤਲ ਹੁੰਦਾ, ਠੰਡਾ ਠਾਰ ਹੁੰਦਾ। ਕੋਈ ਮਨੁੱਖ ਚਾਹੇ ਉਹਨੂੰ ਭੱਦੇ ਬੋਲ ਬੋਲ ਜਾਏ, ਚਾਹੇ ਉਹਦੀ ਨਿੰਦਿਆ ਕਰੇ ਜਾਵੇ, ਭਾਵੇਂ ਉਹਦੀ ਉਸਤਤ ਕਰੇ ਜਾਵੇ, ਪਰ ਉਸ ਮਨੁੱਖ ਦੇ ਮਨ ਉੱਤੇ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਮਨ ਸੀਤਲ ਹੋ ਚੁੱਕਿਆ। ਹਜ਼ੂਰ ਦਾਤਾ ਜੀ ਨੇ ਇੱਕ ਚੰਦਨ ਦੇ ਦਰਖਤ ਦੀ ਉਦਾਹਰਨ ਦਿੰਦਿਆਂ ਹੋਇਆਂ ਆਖਿਆ, ਚੰਦਨ ਕਾ ਬਿੜਵਾ ਭਲਾ, ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਚੰਦਨ ਦੇ ਬੂਟੇ ਦੇ ਅੰਦਰ ਇੱਕ ਬੜੀ ਵੱਡੀ ਕਰਾਮਾਤ ਹੈ, ਗੱਲ ਹੈ ਕਿ ਉਹਦੇ ਆਸੇ ਪਾਸੇ ਜਿੰਨੇ ਵੀ ਬੂਟੇ ਲੱਗੇ ਹੋਏ ਨਾ ਜਾਂ ਆਪਣੇ ਆਪ ਉੱਗੇ ਹੋਏ ਹਨ, ਜਿਸ ਤਰ੍ਹਾਂ ਚੰਦਨ ਦੇ ਬੂਟੇ ਵਿੱਚੋਂ ਖੁਸ਼ਬੂ ਪ੍ਰਾਪਤ ਹੁੰਦੀ ਹੈ, ਇਸੇ ਤਰ੍ਹਾਂ ਦੂਸਰੇ ਬੂਟਿਆਂ ਦੇ ਵਿੱਚੋਂ ਵੀ ਖੁਸ਼ਬੂ ਆਉਣੀ ਹੁੰਦੀ ਹੈ। ਉਹਨਾਂ ਦੇ ਅੰਦਰੋਂ ਵੀ ਖੁਸ਼ਬੂ ਆਉਣੀ ਸ਼ੁਰੂ ਹੋ ਜਾਂਦੀ, ਕਿਉਂਕਿ ਉਹਨਾਂ ਨੇ ਸੰਗ ਕੀਤਾ ਚੰਦਨ ਦਾ। ਫਿਰ ਵੇਖੋ, ਇੱਕ ਚੰਦਨ ਦੇ ਬੂਟੇ ਵਿੱਚ ਹੋਰ ਬੜੀ ਖਾਸੀਅਤ ਹੈ ਕਿ ਜਦੋਂ ਸੱਪ ਨੂੰ ਜ਼ਹਿਰ ਚੜ੍ਹਦਾ ਨਾ, ਉਹ ਜ਼ਹਿਰ ਦੇ ਅੰਦਰ ਅੰਨਾ ਹੁੰਦਾ, ਉਹ ਚਾਰ ਸਫੇਰੇ ਦੌੜਦਾ। ਜਦੋਂ ਉਹਨੂੰ ਕੋ ਡੰਗ ਮਾਰਨ ਵਾਸਤੇ ਪਸ਼ੂ ਨਾ ਮਿਲੇ, ਪੰਛੀ ਨਾ ਮਿਲੇ, ਤੇ ਫਿਰ ਉਹ ਪੱਥਰ ਨੂੰ ਡੰਗ ਮਾਰਦਾ, ਪੱਥਰ ਨੂੰ। ਤੇ ਜਦੋਂ ਪੱਥਰ ਨੂੰ ਡੰਗ ਮਾਰਦਾ, ਉਹਦੇ ਉੱਤੇ ਆਪਣਾ ਜ਼ਹਿਰ ਸੱਟਦਾ, ਤੇ ਫਿਰ ਉਹ ਜਿਹੜਾ ਪੱਥਰ ਹੈ ਨਾ ਉਹ ਸੈਂਖੀਆ ਬਣ ਜਾਂਦਾ ਹੈ। ਤੇ ਸਮੇਂ ਦੇ ਜਿਹੜੇ ਵੈਦ ਨੇ ਫਿਰ ਉਸ ਸੈਂਖੇ ਦੀ ਦਵਾਈ ਬਣਾ ਦਿੰਦੇ ਨੇ। ਹਜ਼ੂਰ ਦਾਤਾ ਜੀ ਕਹਿੰਦੇ ਨੇ ਫਿਰ ਆਪਣੀ ਅੰਦਰ ਦੀ ਪੈਦਾਇਸ਼ ਨੂੰ, ਅੰਦਰ ਦੀ ਗਰਮੀ ਨੂੰ ਦੂਰ ਕਰਨ ਵਾਸਤੇ ਉਹ ਸੱਪ ਫਿਰ ਚੰਦਨ ਦੇ ਬੂਟੇ ਦੀ ਭਾਲ ਕਰਦਾ ਹੈ। ਜਦੋਂ ਉਹਨੂੰ ਚੰਦਨ ਦਾ ਬੂਟਾ ਮਿਲਦਾ, ਉਹ ਚਾਰ ਸਫੇਰੇ ਉਹਦੇ ਪਲਸੇਟੇ ਮਾਰਦਾ, ਚਾਰ ਸਫੇਰੇ ਆਪਣਾ ਜਿਹੜਾ ਵਜੂਦ ਹੈ ਨਾ ਉਹ ਘੁਮਾ ਦਿੰਦਾ ਹੈ, ਕਿਉਂਕਿ ਚੰਦਨ ਦੇ ਬੂਟੇ ਦੇ ਵਿੱਚੋਂ ਉਹਨੂੰ ਠੰਡ ਮਹਿਸੂਸ ਹੁੰਦੀ ਹੈ। ਸੋ ਵਾਹਿਗੁਰੂ ਜੀ ਸਮਝਾਉਂਦੇ ਹੋਏ ਕਹਿੰਦੇ ਨੇ, ਜਿਨ੍ਹਾਂ ਦੇ ਅੰਦਰ ਤਪਸ਼ ਹੈ। ਹੁਣ ਇੱਕ ਬੂਟਾ ਚੰਦਨ ਦਾ ਬੜਾ ਛੋਟਾ ਜਿਹਾ ਬੂਟਾ ਹੈ, ਵਿਦਵਾਨ ਤੇ ਕਹਿੰਦੇ ਨੇ 52 ਉਂਗਲਾਂ ਦਾ ਬੂਟਾ ਹੁੰਦਾ ਹੈ, ਪਰ ਇੱਕ ਦੂਸਰੇ ਪਾਸੇ ਹੰਕਾਰ ਦਾ ਭਰਿਆ ਹੋਇਆ ਦਰਖਤ ਹੈ, ਉਹਦਾ ਨਾਮ ਸਿੰਮਲ ਹੈ। ਉਹ ਸਿੰਮਲ ਜਿਹੜਾ ਹੈ ਬੜਾ ਵੱਡਾ ਦਰਖਤ ਹੈ। ਵੇਖਣ ਵਾਲੇ ਲੋਕ ਕਹਿੰਦੇ ਨੇ ਕਮਾਲ ਹੈ, ਕਿਤਨਾ ਵੱਡਾ ਦਰਖਤ। ਇਹਦੇ ਪੱਤੇ ਵੀ ਬੜੇ ਸੁੰਦਰ ਨੇ, ਇਹਨੂੰ ਲੱਗਣ ਵਾਲੇ ਫਲ ਵੀ ਬੜੇ ਸੁੰਦਰ ਨੇ, ਇਹਨੂੰ ਲੱਗਣ ਵਾਲੇ ਫੁੱਲ ਵੀ ਬੜੇ ਸੁੰਦਰ ਨੇ। ਪਰ ਦੁੱਖ ਦੀ ਗੱਲ ਇਹ ਹੈ, ਨਾ ਇਹਦੇ ਫਲ ਕੰਮ ਆਉਂਦੇ ਨੇ, ਨਾ ਇਹਦੇ ਫੁੱਲ ਕੰਮ ਆਉਂਦੇ ਨੇ, ਨਾ ਹੀ ਇਹਦੇ ਪੱਤੇ ਕੰਮ ਆਉਂਦੇ ਨੇ। ਜੇਕਰ ਕੋਈ ਆਸ ਲੈ ਕੇ ਮਨੁੱਖ ਇਹਦੇ ਕੋਲ ਜਾ ਕੇ ਬਹਿ ਜਾਏ ਨਾ ਵੀ ਚਲੋ ਗਰਮੀ 'ਚ ਠੰਡ ਦਾ ਆਨੰਦ ਮਾਣੀਏ, ਵਾਹਿਗੁਰੂ ਕਹਿੰਦੇ ਪੱਤੇ ਤੇ ਹੈ ਨੇ ਪਰ ਇਹਦੀ ਛਾਂ ਕੋਈ ਨਹੀਂ। ਪੰਛੀ ਜਿਹੜੇ ਹਨ ਥੋੜ੍ਹਾ ਜਿਹਾ ਭੁਲੇਖਾ ਖਾ ਕੇ ਇਹਦੇ ਉੱਪਰ ਆਣ ਕੇ ਤੇ ਬੈਠ ਗਏ, ਚਲੋ ਫਲ ਖਾਵਾਂਗੇ, ਛਾਂ ਦਾ ਆਨੰਦ ਮਾਣਾਂਗੇ, ਪਰ ਦੁਖੀ ਹੋ ਕੇ ਉੱਡ ਕੇ ਚਲੇ ਗਏ। ਨਾ ਇਹਦੇ ਫਲ ਕੰਮ ਆਏ, ਨਾ ਇਹਦੇ ਫੁੱਲਾਂ ਵਿੱਚ ਖੁਸ਼ਬੂ ਕੰਮ ਆਈ, ਤੇ ਨਾ ਹੀ ਇਹਦੇ ਪੱਤਿਆਂ ਦੀ ਛਾਂ ਨਸੀਬ ਹੋਈ, ਕਿਉਂਕਿ ਇਹ ਹੰਕਾਰ ਦੇ ਨਾਲ ਬੜਾ ਉੱਚਾ ਤੇ ਹੋ ਗਿਆ, ਪਰ ਇਹਦੇ ਕੋਲ ਮਠਾਸ ਕੋਈ ਨਹੀਂ। ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਆਸਾ ਕੇ ਵਾਰ ਦੇ ਅੰਦਰ ਇੱਕ ਬਚਨ ਕਹਿੰਦੇ ਨੇ, ਸਿੰਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੋ ਆਵਹਿ ਆਸ ਕਰ, ਜਾਏ ਨ ਰਾਸੇ ਕਿਤ, ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨ ਆਵਹਿ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਅਸਲ ਵਿੱਚ ਉਸ ਵੱਡੇ ਦਰਖਤ ਦੇ ਨਾਲੋਂ ਤੇ ਫਿਰ ਚੰਦਨ ਦਾ ਬੂਟਾ ਹੀ ਚੰਗਾ ਹੋਇਆ ਨਾ। ਚੰਦਨ ਕਾ ਬਿੜਵਾ ਭਲਾ, ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੇ ਆਏ। ਜਿਨ੍ਹਾਂ ਦੇ ਅੰਦਰ ਸੀਤਲਤਾ ਪੈਦਾ ਹੋ ਗਈ, ਜਿਨ੍ਹਾਂ ਦੇ ਮਨ ਦੇ ਅੰਦਰ ਗੁਰੂ ਦੇ ਸ਼ਬਦ ਨੇ ਆਪਣਾ ਟਿਕਾਣਾ ਬਣਾ ਲਿਆ,
ਭਾਵ ਗੁਰੂ ਦਾ ਸ਼ਬਦ ਜਿਨ੍ਹਾਂ ਦੇ ਅੰਦਰ ਵਸ ਗਿਆ, ਫਿਰ ਉਹਨਾਂ ਦੇ ਅੰਦਰ ਸੰਤੋਖ ਪੈਦਾ ਹੋ ਗਿਆ, ਕਿਉਂਕਿ ਸੰਤੋਖ ਤੋਂ ਬਿਨਾਂ ਮਨੁੱਖ ਰੱਜ ਨਹੀਂ ਸਕਦਾ। ਜਿੰਨਾ ਮਰਜ਼ੀ ਧਨ ਦੌਲਤ ਇਹਦੇ ਕੋਲ ਹੋਵੇ, ਪਰ ਇਹਦੀ ਲਾਲਸਾ ਫਿਰ ਅੱਗੇ ਤੋਂ ਅੱਗੇ ਵਧੀ ਜਾਂਦੀ। ਕਿਸੇ ਅਦੀਬ ਨੇ ਬੜਾ ਖਿਆਲ ਵਰਤਿਆ, ਉਹ ਕਹਿੰਦੇ ਪੁਰਾਤਨ ਸਮਿਆਂ ਦੇ ਅੰਦਰ 4 ਤਰੀਕਿਆਂ ਦੇ ਨਾਲ ਲੋਕ ਧਨ ਇਕੱਠਾ ਕਰਦੇ ਸੀ। 4 ਤਰੀਕਿਆਂ ਨਾਲ। ਪਹਿਲਾ ਇਹ ਹੈ ਕਿ ਗਾਵਾਂ ਦੇ ਛੋਟੇ ਜਿਹੇ ਬੱਚਿਆਂ ਨੂੰ ਲੈ ਕੇ ਪਾਲ ਪੋਸ਼ ਕੇ ਤੇ ਵੱਡੇ ਕਰਕੇ ਵਿਆਹ ਦੇ ਵਾਹਿਗੁਰੂ ਉਹਨੂੰ ਵੇਚ ਦੇਣਾ, 4 ਪੈਸੇ ਮੁਨਾਫਾ ਮਿਲ ਜਾਂਦਾ ਸੀ। ਉਸ ਤੋਂ ਬਾਅਦ ਹਾਥੀਆਂ ਦੇ ਬੱਚਿਆਂ ਨੂੰ ਛੋਟਿਆਂ ਨੂੰ ਖਰੀਦ ਲੈਣਾ, ਵੱਡਿਆਂ ਕਰਕੇ ਵੇਚ ਦੇਣਾ, ਕਾਫੀ ਲਾਭ ਸੀ। ਫਿਰ ਬਾਜਾਂ ਦੇ ਛੋਟੇ ਬੱਚਿਆਂ ਨੂੰ ਉਹ ਲੋਕ ਖਰੀਦ ਲੈਂਦੇ ਸਨ, ਫਿਰ ਉਹਨਾਂ ਦੀ ਪਾਲਣਾ ਪੋਸ਼ਣਾ ਕਰਕੇ ਰਾਜਕੁਮਾਰਾਂ ਦੇ ਕੋਲ ਜਾ ਕੇ ਉਹਨਾਂ ਬੱਚਿਆਂ ਨੂੰ ਵੇਚ ਦੇਣਾ, 4 ਪੈਸੇ ਚੰਗੇ ਮਿਲ ਜਾਂਦੇ ਸੀ। ਫਿਰ ਕੁਝ ਵਪਾਰੀ ਇੱਕ ਪਾਸੋਂ ਹੀਰੇ ਲਾਲ ਆਦਿਕ ਖਰੀਦਦੇ ਸਨ, ਦੂਸਰੇ ਦੇਸ਼ ਪ੍ਰਦੇਸ਼ ਵਿੱਚ ਜਾ ਕੇ ਤੇ ਵੇਚ ਆਉਂਦੇ ਸਨ, ਚੰਗਾ ਮੁਨਾਫਾ ਉਹਨਾਂ ਨੂੰ ਮਿਲ ਜਾਂਦਾ ਸੀ। 4 ਤਰੀਕਿਆਂ ਦੇ ਨਾਲ ਧਨ ਤੇ ਉਹਨਾਂ ਨੇ ਕਮਾ ਲਿਆ, ਪਰ ਅੰਦਰ ਸਬਰ ਨਹੀਂ ਆਇਆ, ਅੰਦਰ ਸੰਤੋਖ ਨਹੀਂ ਆਇਆ। ਭਾਵੇਂ ਜਿੰਨਾ ਮਰਜ਼ੀ ਧਨ ਦੀ ਗਿਣਤੀ ਉਹਨਾਂ ਕੋਲ ਹੈ, ਪਰ ਫਿਰ ਵੀ ਉਹ ਭੁੱਖੇ ਦੇ ਭੁੱਖੇ ਹੀ ਰਹੇ। ਉੱਥੇ ਅਦੀਬ ਨੇ ਆਖਿਆ, ਜਿਨ੍ਹਾਂ ਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ, ਉਹ ਇੱਕੋ ਗੱਲ ਕਹਿੰਦੇ ਨੇ, ਦਾਤਾ ਜੋ ਕੁਛ ਤੂੰ ਦੇ ਰਿਹਾ ਵਾਹ ਵਾਹ, ਮੈਂ ਇਹਦੇ ਅੰਦਰ ਹੀ ਪ੍ਰਸੰਨ ਚਿੱਤ ਹਾਂ, ਕਿਉਂਕਿ ਮੇਰੀ ਮੰਗ ਦੇ ਨਾਲ ਕੁਛ ਨਹੀਂ ਜੇ ਮਿਲਣਾ, ਇਹ ਤੇ ਤੂੰ ਹੀ ਮੇਰੇ ਮਨ ਨੂੰ ਸੰਤੋਖ ਦੇਵੇਂ ਤੇ ਮਨ ਰੱਜ ਸਕਦਾ ਹੈ। ਅਦੀਬ ਦੇ ਬਚਨ ਆਪ ਜੀ ਦੇ ਸਨਮੁਖ ਮੈਂ ਦੁਹਰਾ ਦਿਆਂ। ਉਹ ਕਹਿੰਦਾ, ਗੋ ਤਨ ਗੱਜ ਤਨ ਬਾਜ ਧਨ, ਔਰ ਰਤਨ ਧਨ ਖਾਣ, ਜਬ ਆਵੇ ਸੰਤੋਖ ਧਨ, ਸਭ ਧਨ ਧੂੜ ਸਮਾਨ। ਜਦੋਂ ਸੰਤੋਖ ਰੂਪੀ ਧਨ ਅੰਦਰ ਆ ਜਾਏ, ਦੁਨੀਆ ਦਾ ਤਮਾਮ ਜਿਹੜਾ ਧਨ ਦੌਲਤ ਹੈ ਉਹ ਮਿੱਟੀ ਦੇ ਬਰਾਬਰ ਨਜ਼ਰ ਆਵੇਗਾ। ਵਾਹਿਗੁਰੂ ਜੀ ਕਹਿੰਦੇ ਨੇ, ਅੰਦਰ ਤ੍ਰਿਪਤ ਸੰਤੋਖਿਆ, ਫਿਰ ਭੁੱਖ ਨਾ ਲੱਗੇ ਆਏ। ਜਦੋਂ ਅੰਦਰ ਸੰਤੋਖ ਪੈਦਾ ਹੋ ਗਿਆ, ਅੰਦਰ ਤ੍ਰਿਪਤ, ਅੰਦਰ ਰੱਜ ਗਿਆ, ਫਿਰ ਕੋਈ ਦੁਨਿਆਵੀ ਭੁੱਖ ਜਿਹੜੀ ਹੈ ਨਾ ਉਹ ਨੇੜੇ ਨਹੀਂ ਆਉਂਦੇ। ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੀ ਭੁੱਖ ਲੱਗਦੀ ਨਾ, ਉਹ ਕਹਿੰਦੇ ਨੇ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਜਦੋਂ ਮੇਰੇ ਹਿਰਦੇ ਦੇ ਅੰਦਰ ਮਾਲਕ ਦਾ ਨਾਮ ਦਾ ਭੋਜਨ ਆ ਗਿਆ, ਸਾਜਾਂ ਨੂੰ ਨਾਮ ਦੇ ਭੋਜਨ ਨੇ ਮੇਰੀਆਂ ਸਾਰੀਆਂ ਹੀ ਭੁੱਖਾਂ ਦੂਰ ਕਰਕੇ ਰੱਖ ਦਿੱਤੀਆਂ। ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਨ ਹੈ। ਹਜੂਰ ਬਾਪੂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਜਿਹੜੇ ਰੱਬ ਦੇ ਨਾਲ ਜੁੜੇ ਹੋਏ ਪਿਆਰੇ ਨੇ, ਉਹ ਕਹਿੰਦੇ ਨੇ, ਬਾਬਾ ਜੋ ਕੁਛ ਤੂੰ ਕਰ ਰਿਹਾ ਵਾਹ ਵਾਹ ਮੈਨੂੰ ਪ੍ਰਵਾਨ ਹੈ। ਉਹਨਾਂ ਇੱਥੋਂ ਤੱਕ ਕਹਿਤਾ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤ ਸੁਭਾਵੇ ਨਾਨਕਾ, ਸਾਈ ਗੱਲ ਚੰਗੀ। ਜੋ ਨਾਮ ਰਹੇ ਲਿਵ ਲਾਏ, ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਆਪਣੀ ਸੁਰਤ ਨੂੰ, ਆਪਣੇ ਲਿਵ ਨੂੰ ਜੋੜ ਕੇ ਰੱਖਦੇ ਨੇ, ਉਹ ਵਾਹਿਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ। ਉਹ ਕਹਿੰਦੇ ਨੇ, ਜੇ ਦੁੱਖ ਦੇ ਦੇਗਾ ਤਾਂ ਵੀ ਤੇਰਾ ਸ਼ੁਕਰ ਹੈ, ਜੇ ਸੁਖ ਦੇਵੇਂਗਾ ਤਾਂ ਵੀ ਤੇਰਾ ਧੰਨਵਾਦ ਹੈ, ਕਿਉਂਕਿ ਸੁਖ ਅਤੇ ਦੁੱਖ ਦੇਣ ਵਾਲਾ ਵੀ ਤੂੰ ਹੈ ਤੇ ਇਹਨਾਂ ਦੁੱਖਾਂ ਤੋਂ ਦੂਰ ਕਰਨ ਵਾਲਾ ਵੀ ਤੂੰ ਹੈ। ਪਰ ਮੈਂ ਇੱਕ ਬੇਨਤੀ ਕਰਦਾ ਸਾਈਂ, ਜੇ ਸੁਖ ਦੇਵੇਂ ਤੇ ਮੈਂ ਤਾਂ ਵੀ ਤੈਨੂੰ ਚੇਤੇ ਕਰਾਂ, ਜੇ ਦੁੱਖ ਦੇਵੇਂ ਤੇ ਮੈਂ ਤਾਂ ਵੀ ਤੈਨੂੰ ਚੇਤੇ ਕਰਾਂ। ਤੂੰ ਮੇਰੇ ਹਿਰਦੇ ਦੇ ਅੰਦਰੋਂ ਕਿਧਰੇ ਦੂਰ ਨਾ ਚਲਾ ਜਾਈ। ਪੌੜੀ ਹਉ ਬਲਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ। ਵਾਹਿਗੁਰੂ ਕਹਿੰਦੇ, ਮੈਂ ਉਹਨਾਂ ਤੋਂ ਬਲਹਾਰ ਜਾਵਾਂ, ਮੈਂ ਉਹਨਾਂ ਤੋਂ ਸਦਕੇ ਜਾਵਾਂ ਜਿਨ੍ਹਾਂ ਦਾ ਮੁੱਖ ਗੁਰੂ ਵਾਲੇ ਪਾਸੇ ਹੈ ਅਤੇ ਗੁਰੂ ਜੀ ਦੀ ਸਿੱਖਿਆ ਦੇ ਮੁਤਾਬਕ ਗੁਰੂ ਦੀ ਰਜ਼ਾ ਵਿੱਚ, ਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਜੋ ਹਰ ਨਾਮ ਧਿਆਇਂਦੇ ਤਿਨ ਦਰਸ਼ਨ ਪਿੱਖਾਂ। ਹੇ ਮੇਰੇ ਦਾਤਾ, ਜਿਹੜੇ ਲੋਕ ਤੇਰੇ ਨਾਮ ਨੂੰ ਧਿਆਉਂਦੇ ਨੇ, ਜਿਹੜੇ ਤੈਨੂੰ ਚੇਤੇ ਕਰਦੇ ਨੇ, ਮੇਰਾ ਮਨ ਚਾਹੁੰਦਾ ਮੈਂ ਉਹਨਾਂ ਦੇ ਦਰਸ਼ਨ ਕਰਾਂ। ਕਿੰਨੀ ਨਿਮਰਤਾ ਬਾਪੂ ਗੁਰੂ ਅਮਰਦਾਸ ਪਾਤਸ਼ਾਹ ਦੇ ਹਿਰਦੇ ਦੇ, ਇੰਨੀ ਨਿਮਰਤਾ। ਸਰੀਰ ਬਜ਼ੁਰਗ ਹੋ ਚੁੱਕਿਆ, ਜੇ ਬਾਬਾ ਦਾਤੂ ਨੇ ਆਣ ਕੇ ਲੱਤ ਮਾਰੀ ਨਾ, ਤੇ ਮੇਰੇ ਪਾਤਸ਼ਾਹ ਭਾਵੇਂ ਉਸ ਤਖਤ ਤੋਂ ਡਿੱਗ ਵੀ ਪਏ ਨੇ, ਫਿਰ ਵੀ ਉੱਠ ਕੇ ਤੇ ਬਾਬਾ ਦਾਤੂ ਦੇ ਪੈਰ ਫੜ ਲਏ। ਆਖਿਆ, ਮੇਰੇ ਬਰਖੁਰਦਾਰ ਪਰਮੇਸ਼ਰ ਦੇ ਪੁੱਤਰ, ਮੇਰਾ ਸਰੀਰ ਬੁੱਢਾ ਹੈ,
ਇਹ ਸੁੱਕ ਕੇ ਲੱਕੜੀਆਂ ਦਾ ਢਾਂਚਾ ਬਣ ਚੁੱਕਿਆ ਹੈ। ਤੇਰੇ ਜਿਹੜੇ ਚਰਨ ਕਮਲ ਹਨ ਬੜੇ ਕੋਮਲ ਨੇ। ਹੋ ਸਕਦਾ ਹੈ ਇਹਨਾਂ ਬੁੱਢੀਆਂ ਹੱਡੀਆਂ ਦੇ ਨਾਲ ਤੇਰੇ ਚਰਨਾਂ ਨੂੰ ਕੋਈ ਸੱਟ ਲੱਗ ਗਈ ਹੋਵੇ। ਲਿਆ ਮੇਰੇ ਮਾਲਕ ਦੇ ਪੁੱਤਰ, ਮੈਂ ਤੇਰੇ ਚਰਨਾਂ ਨੂੰ ਮਸਲ ਦਿਆਂ। ਇੰਨੀ ਨਿਮਰਤਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਜਿਹੜੇ ਲੋਕ ਤੇਰੇ ਨਾਮ ਨੂੰ ਧਿਆਉਂਦੇ ਨੇ, ਤੈਨੂੰ ਚੇਤੇ ਕਰਦੇ ਨੇ, ਮੇਰਾ ਮਨ ਚਾਹੁੰਦਾ ਮੈਂ ਉਹਨਾਂ ਦੇ ਦਰਸ਼ਨ ਕਰਾਂ। ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾਂ। ਤੇਰੇ ਨਾਮ ਦਾ ਕੀਰਤਨ ਮੈਂ ਸੁਣ ਸੁਣ ਕੇ, ਤੇਰਾ ਜਿਹੜਾ ਹਰੀ ਦਾ ਜਸ, ਹੇ ਵਾਹਿਗੁਰੂ ਤੇਰਾ ਜਸ ਹੈ, ਉਹਨੂੰ ਮੈਂ ਆਪਣੇ ਹਿਰਦੇ ਦੀ ਤਖਤੀ ਦੇ ਉੱਤੇ ਲਿਖ ਲਵਾਂ। ਕਿਉਂਕਿ ਲਿਖਿਆ ਹੋਇਆ ਚੇਤੇ ਵਿੱਚ ਰਹਿੰਦਾ ਹੈ, ਲਿਖਿਆ ਹੋਇਆ ਯਾਦ ਰਹਿੰਦਾ ਹੈ। ਇਸੇ ਕਰਕੇ ਜਦੋਂ ਆਪਾਂ ਕਿਸੇ ਨੂੰ ਕੋਈ ਵੀ ਐਡਰੈਸ ਪੁੱਛਦੇ ਆ ਨਾ, ਤੇ ਅਗਲਾ ਦੱਸਣ ਲੱਗਦਾ, ਤੇ ਅਸੀਂ ਕਹਿੰਦੇ ਹਾਂ 2 ਮਿੰਟ ਖਲੋ ਜਾ, ਮੈਨੂੰ ਲਿਖ ਲੈਣ ਦੇ। ਕਿਉਂਕਿ ਲਿਖਿਆ ਹੋਇਆ ਜਿਹੜਾ ਹੈ ਨਾ, ਉਹ ਫਿਰ ਕਦੀ ਭੁੱਲਦਾ ਨਹੀਂ। ਗੁਰਬਾਣੀ ਸਾਗਰ ਸਾਡੇ ਕੋਲ ਆਇਆ, ਜੇ ਜ਼ਬਾਨੀ ਕਲਾਮੀ ਅਸਾਂ ਨੇ ਸੁਣਿਆ ਹੁੰਦਾ ਤੇ ਹੋ ਸਕਦਾ ਸੀ ਆਪਾਂ ਭੁੱਲ ਜਾਂਦੇ, ਪਰ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ, ਲਿਖ ਕੇ ਸਾਨੂੰ ਦੇ ਦਿੱਤਾ। ਲਿਖ ਕੇ ਫਿਰ ਲਿਖਿਆ ਹੋਇਆ ਕਦੀ ਮਿਟ ਨਹੀਂ ਸਕਦਾ, ਲਿਖਿਆ ਹੋਇਆ ਬੰਦਾ ਕਦੀ ਭੁੱਲ ਨਹੀਂ ਸਕਦਾ। ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਕਿਰਖਾਂ। ਹੇ ਵਾਹਿਗੁਰੂ, ਧੰਨ ਹਨ ਉਹ ਲੋਕ ਜਿਹੜੇ ਤੇਰੇ ਨਾਮ ਦੀ ਸਲਾਹ ਕਰਦੇ ਨੇ, ਨਾਮ ਦੀ ਸਿਫਤ ਤੋਂ ਸਲਾਹ ਕਰਦੇ ਨੇ। ਤੇਰੇ ਨਾਮ ਦੇ ਰੰਗ ਦੇ ਅੰਦਰ ਉਹ ਰੰਗੇ ਜਾਂਦੇ ਨੇ। ਅਸਲ 'ਚ ਉਹਨਾਂ ਦੇ ਹਿਰਦੇ ਦੇ ਅੰਦਰੋਂ ਕਿਲ ਵਿਖ, ਜਿਹੜੇ ਕਲੇਸ਼ ਹਨ, ਜਿਹੜੇ ਦੁੱਖ ਹਨ, ਉਹ ਸਾਰੇ ਤੋਂ ਖਤਮ ਕਰ ਦਿੰਦਾ ਹੈ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ। ਅਸਲ 'ਚ ਵਾਹਿਗੁਰੂ ਉਹ ਸਰੀਰ ਪੂਜਣ ਯੋਗ ਹੈ। ਉਹ ਸਰੀਰ ਨੂੰ ਨਮਸਕਾਰ ਕਰਨ ਨੂੰ ਮਨ ਚਾਹੁੰਦਾ ਹੈ। ਉਹ ਭਾਗਾਂ ਵਾਲਾ ਸਰੀਰ ਹੋ ਗਿਆ। ਵੇਖੋ ਸਰੀਰ ਵਿੱਚ ਫਰਕ ਨਹੀਂ ਹੁੰਦਾ, ਸਰੀਰ ਇੱਕੋ ਵਰਗੇ ਹੀ ਹੁੰਦੇ ਨੇ। ਗੁਰਮੁਖ ਦਾ ਵੀ ਸਰੀਰ ਉਹੋ ਜਿਹਾ, ਮਨਮੁਖ ਦਾ ਵੀ ਸਰੀਰ ਉਹੋ ਜਿਹਾ ਹੈ। ਫਰਕ ਇੰਨਾ ਹੈ ਕਿ ਮਨਮੁਖ ਦੀ ਸੁਰਤ ਸੰਸਾਰ ਵਾਲੇ ਪਾਸੇ ਹੈ, ਗੁਰਮੁਖ ਦੀ ਸੁਰਤ ਕਰਤਾਰ ਵਾਲੇ ਪਾਸੇ ਹੈ। ਤੇ ਦਾਤਾ ਜੀ ਕਹਿੰਦੇ ਨੇ, ਧੰਤਾ ਦੇ ਯੋਗ ਹੈ ਉਹ ਸਰੀਰ, ਉਹ ਥਾਨ, ਜਿਸ ਥਾਂ ਦੇ ਅੰਦਰ ਮੇਰੇ ਗੁਰੂ ਨੇ ਆਪਣੇ ਮੁਬਾਰਕ ਚਰਨ ਰੱਖ ਦਿੱਤੇ। ਆਪਣਾ ਸ਼ਬਦ ਜਿਹੜਾ ਸੀ ਟਿਕਾਤਾ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰੂ ਧਰੇ ਵਿਖਾ। ਜੇ ਸਰੀਰ ਰੂਪੀ ਭਾਂਡੇ ਦੇ ਅੰਦਰ ਗੁਰੂ ਦਾ ਸ਼ਬਦ ਵਸ ਗਿਆ, ਜੇ ਸਰੀਰ ਰੂਪੀ ਭਾਂਡੇ ਦੇ ਅੰਦਰ ਗੁਰੂ ਦੇ ਚਰਨ ਵਸ ਗਏ, ਮੇਰੇ ਵਾਹਿਗੁਰੂ ਕਹਿੰਦੇ ਨੇ ਉਹ ਸਰੀਰ ਪੂਜਣ ਯੋਗ ਹੈ। ਅਸੀਂ ਗੁਰੂਆਂ ਨੂੰ ਕਿਉਂ ਪੂਜਦੇ ਹਾਂ? ਉਹਨਾਂ ਦੇ ਅੰਦਰ ਪਰਮਾਤਮਾ ਆਣ ਕੇ ਵਸਿਆ। ਅਸੀਂ ਗੁਰਮੁਖਾਂ ਦੇ ਸਾਹਮਣੇ ਸਿਰ ਕਿਉਂ ਝੁਕਾਉਂਦੇ ਹਾਂ? ਉਹਨਾਂ ਦੀ ਰਸਨਾ ਤੇ ਮੇਰੇ ਵਾਹਿਗੁਰੂ ਦਾ ਨਾਮ ਟਿਕ ਗਿਆ। ਜਿਉਂ-ਜਿਉਂ ਉਹ ਨਾਮ ਨੂੰ ਜਪਦੇ ਜਾਂਦੇ ਨੇ, ਉਹਨਾਂ ਦੇ ਅੰਦਰ ਨਿਮਰਤਾ ਪੈਦਾ ਹੁੰਦੀ ਜਾਂਦੀ ਹੈ। ਫਿਰ ਜਿਸ ਰਸਤੇ ਦੇ ਉੱਤੋਂ ਉਹ ਲੰਘਦੇ ਨੇ, ਉਹਨਾਂ ਦੇ ਸਰੀਰ ਦੇ ਅੰਦਰੋਂ ਵਾਈਬ੍ਰੇਸ਼ਨ ਇਹੋ ਜਿਹੀ ਪੈਦਾ ਹੁੰਦੀ ਹੈ, ਸਾਜਾਂ ਨੂੰ ਉਸ ਥਾਂ ਨੂੰ ਪਵਿੱਤਰ ਕਰਦੀ ਜਾਂਦੀ ਹੈ। ਜਦੋਂ ਉਹ ਬੋਲਦੇ ਨੇ, ਉਹਨਾਂ ਦੀ ਰਸਨਾ ਤੋਂ ਨਿਕਲੇ ਹੋਏ ਜਿਹੜੇ ਬੋਲ ਹਨ, ਮਨੁੱਖ ਦੇ ਹਿਰਦੇ ਦੇ ਅੰਦਰ ਠੰਡ ਪਾਉਂਦੇ ਜਾ ਰਹੇ ਹਨ। ਸੋ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ, ਦਾਤਾ ਉਹ ਸਰੀਰ ਧੰਤਾ ਦੇ ਯੋਗ ਹੈ। ਜੇ ਸਰੀਰ ਦੇ ਅੰਦਰ ਤੇਰੇ ਚਰਨ ਵਸ ਗਏ ਨੇ, ਜੇ ਸਰੀਰ ਦੇ ਅੰਦਰ ਤੇਰਾ ਸ਼ਬਦ ਵਸ ਗਿਆ ਹੈ, ਮੇਰਾ ਮਨ ਚਾਹੁੰਦਾ ਹੈ ਇਹੋ ਜਿਹੇ ਜਿਹੜੇ ਪਵਿੱਤਰ ਰੂਹਾਂ ਨੇ, ਉਹਨਾਂ ਦੇ ਕੋਲ ਮੈਨੂੰ ਵੀ ਕਿਧਰੇ ਬੈਠਣ ਦਾ ਮੌਕਾ ਮਿਲ ਜਾਵੇ। ਆਪਾਂ ਰੋਜ਼ ਇਹੋ ਹੀ ਕਹਿੰਦੇ ਨੇ, ਸਹੀ ਸੱਜਣ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਅਰਦਾਸ ਕਰੀਏ, ਗੁਰੂ ਬਾਪੂ ਰਹਿਮਤ ਕਰੋ, ਸਾਨੂੰ ਮਿਲਿਆ ਹੋਇਆਂ ਦੇ ਨਾਲ ਮਿਲਾ ਦੀ, ਤੇ ਤਾਂ ਕਿ ਅਸੀਂ ਵੀ ਆਪਣੀ ਜ਼ਿੰਦਗੀ ਦਾ ਇੱਕ ਇੱਕ ਸਵਾਸ ਸਫਲ ਕਰ ਸਕੀਏ। ਆਪਣਾ ਸ਼ਬਦ ਸਾਡੇ ਹਿਰਦੇ ਦੇ ਅੰਦਰ ਟਿਕਾ ਦੀ, ਤਾਂ ਕਿ ਸਾਡਾ ਸਰੀਰ ਰੂਪੀ ਜਿਹੜਾ ਭਾਂਡਾ ਹੈ ਨਾ, ਇਹ ਪਵਿੱਤਰ ਹੋ ਸਕੇ। ਜ਼ਰੂਰ ਗੁਰੂ ਕਿਰਪਾ ਕਰਨਗੇ ਜਦੋਂ ਆਪਾਂ ਆਪਣੇ ਮੁਰਸ਼ਦ ਦੇ ਕੋਲ ਆਵਾਂਗੇ, ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਹਿਰਦੇ ਦੇ ਅੰਦਰ ਵਸਾਵਾਂਗੇ। ਫਿਰ ਕੀ ਹੋਵੇਗਾ? ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਬਖਸ਼ਿਸ਼ ਕੀਤਾ ਸਮਾਂ ਸੰਪੂਰਨ, ਹੋਈਆਂ ਭੁੱਲਾਂ ਦੀ ਖਿਮਾ ਕਰੋ, ਰਸਨਾ ਸਾਂਝੀ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।
मैं तुद आगे अरदास मैं होर तो नाही जिस पह करो बिनती मेरा दुख सुख तुझ ही पास मन मह चितवा चितवनी उदम करो उठनीत हर कीर्तन काया हरो हर देहो नानक के बीत जिन शब्द कमाए परम पद पायो सेवा करतना छोड़े उपास ताते गहुर ज्ञान प्रगट उजियारो दुख दरिद्र अंधयार को नास कव कीरत जो संत चरण मुड़ लागे जन काम क्रोध जम को नहीं त्रास जिव अंगद अंग संग नानक गुर तिव गुर अमरदास कै गुरु रामदास आनंद गुण निधान गुरु गरीब निवाज गुरु गरीब निवाज गुरु सतगुर आयो शरण तुहारी सतगुर आयो शरण तुहारी सतगुर आयो शरण तुहारी सतगुर आयो सुख नाम हर शोभा मिले सुख नाम हर शोभा चिंता लाहे हमारी सतगुर आयो शरण तुहारी सतगुर आयो शरण तुहारी अवर ना सूझे दूजी ठाहर अवर न सूझे दूजी ठाहर हार पर्यो तो तारी हार पर्यो तो तारी सतगुर आयो शरण तुहारी सतगुर आयो शरण तुहारी
ਸਤਿਗੁਰ ਆਇਓ ਸ਼ਰਨ ਤੁਹਾਰੀ। ਮਿਲੈ ਸੁਖ ਨਾਮ ਹਰਿ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ। ਅਵਰ ਨ ਸੂਝੈ ਦੂਜੀ ਠਾਹਰ, ਅਵਰ ਨ ਸੂਝੈ ਦੂਜੀ ਠਾਹਰ। ਹਾਰ ਪਰਿਓ ਤਉ ਦੁਆਰੀ। ਲੇਖਾ ਛੋੜ ਅਲੇਖੇ ਛੂਟੇ। ਅਲੇਖੇ ਛੂਟੇ ਹਮ ਨਿਰਗੁਣ ਲੇਹੋ ਉਬਾਰੀ। ਹਮ ਨਿਰਗੁਣ ਲੇਹੋ ਉਬਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ। ਮਿਲੇ ਸੁਖ ਨਾਮ ਹਰ ਸੁਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ। ਸਦ ਬਖਸ਼ੰਦ ਸਦਾ ਮਿਹਰਬਾਨਾ। ਸਦ ਬਖਸ਼ੰਦ ਬਖਸ਼ੰਦ ਸਦਾ 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 ਮਿਹਰਬਾਨਾ। ਸਦ ਬਖਸ਼ੰਦ ਸਦਾ ਮਿਹਰਬਾਨਾ। ਮਿਹਰਬਾਨਾ ਮਿਹਰਬਾਨਾ। ਸਦ ਬਖਸ਼ੰਦ ਸਦਾ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ। ਨਾਨਕ ਦਾਸ ਨਾਨਕ ਦਾਸ ਦਾਸ ਸੰਤ ਪਾਛੈ ਪਰਿਓ। ਨਾਨਕ ਦਾਸ ਸੰਤ
ਪਾਛੈ ਪਰਿਓ ਰਾਖ ਲਵੋ ਇਹ ਬਾਰੀ ਰਾਖ ਲਿਓ ਇਹ ਬਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰਿ ਸ਼ੋਭਾ ਮਿਲੇ ਸੁਖ ਨਾਮ ਹਰਿ ਸ਼ੋਭਾ ਜਲਤਾ ਲਾਇ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਸਤਿਬਖਸ਼ੰਦ ਸਦਾ ਮਿਹਰਬਾਨਾ ਸਦ ਬਖਸ਼ੰਦ ਸਦਾ ਮਿਹਰਬਾਨਾ ਸਾਰੇ ਸਨੀ ਸਾ ਸਾਰੇ ਨੀ ਸਾ ਸਾਰੇ ਸਾਰੇ ਸਾ ਸਾਰੇ ਮਾ ਪਰੇ ਮਾ ਪਰੇ ਮਾ ਬਾਨੀ ਪਾ ਮਰੇ ਮਾ ਬਾਨੀ ਸਾਰੇ ਸਨੀ ਪਾ ਮਾ ਬਾਨੀ ਸਾ ਨੀ ਸਾਰੇ ਸਨੀ ਸਾਰੇ ਮਾ ਪਾ ਮਰੇ ਸਨੀ ਸਾ ਸਤਿਬਖਸ਼ੰਦ ਸਦਾ ਪਾਣੀ ਜ਼ਰ ਜ਼ਨੀ ਪਾ ਮਾ 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 ਨੀ ਪਾ ਨੀ ਮਾ ਮਾ ਰੇ 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 ਸਾ ਨੀ ਸਾ ਨੀ ਸਾ ਨੀ ਸਾ ਰੇ ਸਾ ਨੀ ਸਾ ਰੇ ਮ ਰੇ ਸਾ ਨੀ ਸਾ ਪਾ ਮ ਰੇ ਸਾ ਨੀ ਸਾ ਰੇ 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 ਸਾ ਪਾ ਮ ਪਾ ਮ ਪਾ ਮ ਪਾ ਮ ਪਾ ਨੀ ਰੇ ਮ ਪਾ ਮ ਪਾ ਮ ਪਾ ਨੀ ਰੇ ਮ ਪਾ ਮ ਪਾ ਨੀ ਮ ਰੇ ਮ ਰੇ ਮ ਪਾ ਮ ਰੇ ਸਾ ਨੀ ਸਾ ਮ ਨੀ ਰੇ ਸਾ ਸਦਾ ਮਿਹਰਬਾਨਾ ਸਤਿਬਖਸ਼ੰਦ ਸਦਾ ਮਿਹਰਬਾਨਾ ਸਭਨਾਂ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਨਾਨਕ ਦਾਸ ਨਾਨਕ ਦਾਸ ਸੰਤ ਪਾਛੇ ਪਾਛੇ ਪਰਿਓ ਪਾਛੇ ਪਰਿਓ ਪਾਛੇ ਪਰਿਓ ਨਾਨਕ ਦਾ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਵੋ ਇਹ ਬਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ सच हुक्म तुम्हारा तख्त निवासी सच हुक्म तुम्हारा तख्त निवासी सच हुक्म तुम्हारा तख्त निवासी आवे न जाए मेरा आवे न जाए मेरा प्रभ अविनाशी सच हुक्म तुम्हारा तख्त निवासी सच हुक्म तुम्हारा
ਤਖਤ ਨਿਵਾਸੀ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਹਾਰੀ ਸਤਿਗੁਰ ਚਰਨਾ, ਸਤਿਗੁਰ ਚਰਨਾ। ਤਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਹਾਰੀ ਸਤਿਗੁਰ ਚਰਨਾ, ਹਉ ਬਲਹਾਰੀ ਸਤਿਗੁਰ ਚਰਨਾ। ਸਚ ਹੁਕਮ ਤੁਮਾਰਾ ਤਖਤ ਨਿਵਾਸੀ, ਸਚ ਹੁਕਮ ਤੁਮਾਰਾ ਤਖਤ ਨਿਵਾਸੀ। ਆਵੇ ਨਾ ਜਾਏ ਮੇਰਾ ਪ੍ਰਭ ਅਬਨਾਸੀ, ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ। ਸਚ ਹੁਕਮ ਤੁਮਾਰਾ ਤਖਤ ਨਿਵਾਸੀ, ਸਚ ਹੁਕਮ ਤੁਮਾਰਾ ਤਖਤ ਨਿਵਾਸੀ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੇ ਪ੍ਰਭ ਨਾਮ ਚ ਤੇਰੇ। ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ, ਮਨ ਜੀਵੇ ਪ੍ਰਭ ਨਾਮ ਚ ਤੇਰੇ। ਸਚ ਹੁਕਮ ਤੁਮਾਰਾ ਤਖਤ ਨਿਵਾਸੀ, ਸਚ ਹੁਕਮ ਤੁਮਾਰਾ ਤਖਤ ਨਿਵਾਸੀ। ਆਏ ਨ ਜਾਵੇ ਮੇਰਾ, ਆਏ ਨ ਜਾਵੇ ਮੇਰਾ ਪ੍ਰਭ ਅਬਨਾਸੀ। ਸਚ ਹੁਕਮ ਤੁਮਾਰਾ ਤਖਤ ਨਿਵਾਸੀ, ਸਚ ਹੁਕਮ ਤੁਮਾਰਾ ਤਖਤ ਨਿਵਾਸੀ। सच मंत्र तुम्हारा अमृत बाणी, शीतलपुर दृष्ट सुजानी। सच मंत्र तुम्हारा अमृत बाणी, शीतलपुर दृष्ट सुजानी। सच हुक्म तुम्हारा तख्त निवासी, आए न जावे मेरा प्रभ अबनासी। सच हुक्म तुम्हारा तख्त निवासी, सच हुक्म तुम्हारा तख्त निवासी। आए न जावे मेरा, आए न जावे मेरा
सच हुक्म तुम्हारा तख्त निवासी, सच हुक्म तुम्हारा तख्त निवासी। तुम मेहरबान दास हम दीना, नानक साहिब भरपूर लीला। तुम मेहरबान दास हम दीना, नानक साहिब भरपूर लीला। नानक साहिब भरपूर लीला। सच हुक्म तुम्हारा तख्त निवासी, सच हुक्म तुम्हारा तख्त निवासी। आए न जावे मेरा, आए न जावे मेरा कभी अबनासी। सच हुक्म तुम्हारा तख्त निवासी। सच मंत्र तुम्हारा अमृत वाणी, शीतल पुरख दृष्ट सुजानी। सच हुक्म तुम्हारा तख्त निवासी, तख्त निवासी। सच हुक्म तुम्हारा तख्त निवासी। आए न जावे मेरा प्रभु अबनासी। सच्चे तख्त रचाया बैसन को जाए, सब किछ आपे आप है गुर शब्द सुनाए। सच्चे तख्त रचाया बैसन को जाए, सब किछ आपे आप है गुर शब्द सुनाए। आपे कुदरत साजियन कर मैल सराए। आपे कुदरत साजियन कर मैल सराए। चंद सूरज दोए चानने, पूरी बनत बलाई। आपे वेखे सुने आप गुर शब्द ते आई। वाह वाह सच्चे पातशाह, सच्चे पातशाह। वाहो वाहो सच्चे पातशाह। वाह वाह सच्चे पातशाह। तू सच्ची नाई, तू सच्ची नाई। वाह वाह सच्चे पातशाह सच्ची नाई, तू सच्ची नाई, तू सच्ची नाई। सच सभा दीवान सच, सच्चे पे धरियो। सच्चे तख्त निवास, सचत पावस करियो। सच सभा दीवान सच, सच्चे पह धरियो। सच्चे तख्त निवास,
ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਆਪਾਰ ਕੀ ਮਨਾ ਪਵੇ ਅਮੁੱਲੋ ਜਿਹ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਾੜ ਫਿਰ ਜੋ ਨਾ ਆਏ ਸੱਚ ਸਭਾ ਦੀ ਬਾਨ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਤਪਾਵਸ ਕਰਿਓ ਜਿਹਦੀ ਸਭਾ ਸੱਚੀ ਹੈ ਦੁਨੀਆ ਦੀਆਂ ਜਿੰਨੀਆਂ ਬਣਾਈਆਂ ਪਾਰਲੀਮੈਂਟਸ ਸੰਸਦ ਭਵਨ ਨੇ ਇਹ ਸੱਚੇ ਨਹੀਂ ਹਨ ਬਣਾਏ ਤਾਂ ਸੰਸਾਰ ਨੂੰ ਚਲਾਉਣ ਵਾਸਤੇ ਕਨਸਟੀਟਿਊਸ਼ਨ ਬਣਾਉਣ ਵਾਸਤੇ ਸੱਚ ਸਿਰਜਣ ਵਾਸਤੇ ਸਨ ਪਰ ਇਹ ਝੂਠ ਦਾ ਪਸਾਰਾ ਔਰ ਝੂਠੇ ਲੋਕਾਂ ਦੇ ਅਧੀਨ ਹੋ ਗਏ ਸ਼ਾਇਦ ਜਿਸ ਨੇ ਇਹ ਸੰਸਾਰ ਦੀ ਨਵੀਂ ਕਾਢ ਕੱਢੀ ਹੋਏਗੀ ਕਿ ਪੂਰੇ ਜਹਾਨ ਨੂੰ ਵਰਲਡ ਨੂੰ ਸੰਸਾਰ ਨੂੰ ਇੱਕ ਮੈਸੇਜ ਦਿੱਤਾ ਜਾਏ ਜਿਸ ਦੇ ਨੁਮਾਇੰਦੇ ਚੁਣ ਲਏ ਜਾਣ ਪੜ੍ਹੇ ਲਿਖੇ ਤੇ ਚੰਗੇ ਹੋਣ ਸੁਚੱਜੇ ਹੋਣ ਹਰ ਇੱਕ ਚੀਜ਼ ਜਦੋਂ ਨਿਕਲਦੀ ਤਾਂ ਪਵਿੱਤਰਤਾ ਚੋਂ ਹੈ ਗੰਗਾ ਪਹਾੜਾਂ ਚੋਂ ਨਿਕਲਦੀ ਹੈ ਬੜੀ ਪਵਿੱਤਰ ਨਦੀ ਪਰ ਜਿਉਂ ਪਹਾੜਾਂ ਚੋਂ ਨਿਕਲਦੀ ਫੁਹਾਰੇ ਬੜੇ ਨਿਰਮਲ ਜਲ ਦੇ ਨਿਕਲਦੇ ਨੇ ਜਦੋਂ ਫਿਰ ਸ਼ਹਿਰਾਂ ਕੂਲਿਆਂ ਗਾਵਾਂ ਪਿੰਡਾਂ ਇਹਨਾਂ ਦੇ ਵਿੱਚੋਂ ਗੁਜ਼ਰਦੀ ਤਾਂ ਇਹ ਮੈਲੀ ਹੁੰਦੀ ਚਲੀ ਜਾਂਦੀ ਗੰਗਾ ਤਾਂ ਪਵਿੱਤਰ ਨਿਕਲੀ ਸੀ ਫਿਰ ਮੈਲੀ ਕਿਉਂ ਹੋ ਗਈ ਕਿਉਂਕਿ ਮਨੁੱਖਤਾ ਨੇ ਮੈਲੀ ਕਰਤੀ ਸੰਸਾਰ ਦੇ ਜਿੰਨੇ ਸਨ ਨੁਮਾਇੰਦੇ ਇਕੱਠੇ ਕੀਤੇ ਉਸ ਸਮੇਂ ਜਦੋਂ ਸੰਸਾਰ ਦੀ ਨਵੀਂ ਖੋਜ ਹੋਈ ਕਿ ਸੰਸਾਰ ਨੂੰ ਨਵੇਂ ਸਿਰਿਓਂ ਸਿਰਜਣਾ ਉਸ ਸਮੇਂ ਹਰ ਦੇਸ਼ ਨੇ ਆਪਣਾ ਆਪਣਾ ਇੱਕ ਭਵਨ ਬਣਾਇਆ ਜਿਸ ਦੇ ਵਿੱਚ ਸੰਸਦ ਵੱਲੋਂ ਚੁਣੇ ਹੋਏ ਲੋਕ ਵਿਅਕਤੀ ਜਿਹੜੇ ਸਨ ਉਹ ਬਿਠਾਏ ਗਏ ਜਿਵੇਂ ਅੱਜ ਅਮਰੀਕਾ ਦੀ ਧਰਤੀ ਦਾ ਸੁਤੰਤਰ ਦਿਨ ਹੈ ਕੱਲ ਸਾਹਿਬੇ ਕਮਾਲ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਨੇ ਸੱਚੇ ਤਖਤ ਦੀ ਰਚਨਾ ਕੀਤੀ ਅਕਾਲ ਤਖਤ ਸਾਹਿਬ ਸਿਰਜਿਆ ਭੱਟ ਸਾਹਿਬਾਨਾਂ ਨੇ ਬੜਾ ਸੁੰਦਰ ਫਰਮਾਨ ਕੀਤਾ ਔਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਉਹਨਾਂ ਨੇ ਵੀ ਇਸ ਗੱਲ ਦਾ ਸਪਸ਼ਟੀਕਰਨ ਦਿੱਤਾ ਸੱਚ ਸਭਾ ਦੀਵਾਨ ਸੱਚ ਸੱਚੇ ਪਹਿ ਧਰਿਓ ਭੱਟ ਸਾਹਿਬਾਨ ਕਹਿੰਦੇ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚੇ ਤਖਤ ਦੀ ਰਚਨਾ ਕੀਤੀ ਗਈ ਜਦ ਕਿ ਹਰਮੰਦਰ ਸਾਹਿਬ ਵੀ ਇੱਕ ਤਖਤ ਹੈ ਪਰ ਇਹ ਤਖਤ ਧਰਤੀ ਦੇ ਨਾਲ ਹੈ ਇਹ ਤਖਤ ਧਰਤੀ ਦੇ ਨਾਲ ਹੈ ਧਰਤੀ ਦੇ ਤਲ ਤੇ ਹੈ ਬਿਲਕੁਲ ਉੱਚਾ ਨਹੀਂ ਹੂਬਹੂ ਲੇਬਲ ਤੇ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਹਨੂੰ ਨਿਮਰਤਾ ਦਾ ਪ੍ਰਤੀਕ ਦੱਸਿਆ ਰੱਬ ਦੇ ਦਰ ਵੱਲ ਜਾਣਾ ਨਿਮਰ ਭਾਵ ਹੋ ਕੇ ਛੇਵੇਂ ਪਾਤਸ਼ਾਹ ਨੇ ਜਦੋਂ ਦੇਖਿਆ ਕਿ ਸੰਸਾਰ ਜਿਹੜਾ ਹੈ ਬੜਾ ਭੈੜਾ ਹੈ ਇੱਥੇ ਜਗਤ ਦੇ ਅੰਦਰ ਸੱਚੇ ਮਨੁੱਖ ਨੂੰ ਟਿਕਣਾ ਬੜਾ ਔਖਾ ਸੱਚ ਦੀ ਆਵਾਜ਼ ਇਹ ਨਹੀਂ ਸੁਣਨਾ ਚਾਹੁੰਦੇ ਅੱਜ ਤੱਕ ਦੁਨੀਆ ਦੇ ਅੰਦਰ ਤਾਂ ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਇਕੱਤਰ ਹੋ ਗਏ ਕੱਲ ਦੇ ਦਿਨ ਹੀ
ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਾਂਹ ਪਕੜਾ ਦਿੱਤੀ। ਹਰਗੋਬਿੰਦ ਕੀ ਬਾਂਹ ਪਕੜਾਈ, ਭਾਈ ਗੁਰਦਾਸ ਨੂੰ ਕਹਿ ਸਮਝਾਇਆ, ਸਾਡਾ ਲੱਗਣਾ ਹੈ ਸੀਸ ਕਿ ਨਿਸ਼ਚਾ ਹੈ ਆਇਆ। ਭਾਈ ਗੁਰਦਾਸ ਸਾਹਿਬ ਨੂੰ ਜ਼ਿੰਮੇਵਾਰੀ ਦੇਤੀ। ਬਾਬਾ ਬੁੱਢਾ ਸਾਹਿਬ ਵੈਸੇ ਹੀ ਵਿਦਿਆ ਗੁਰੂ ਨੇ, ਜਨਮ ਗੁਰੂ ਵੀ ਨੇ। ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ। ਆਪ ਜੀ ਨੇ ਨਵੇਂ ਸਿਰਿਓਂ ਹੁਣ ਹੁਕਮ ਤਾਂ ਵੱਜਦਾ, ਦੋ ਚਿਰਾਗ ਸਾਹਮਣੇ ਨੇ, ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲ ਵੇਖਣ ਲੱਗੇ ਸ਼ਹਾਦਤ ਤੋਂ ਬਾਅਦ। ਹੁਣ ਮਾਰੇ ਕੀ ਕਰੀਏ, ਸਾਹਮਣੇ ਬੈਠੇ ਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਬਾਬਾ ਬੁੱਢਾ ਸਾਹਿਬ ਨੇ, ਹਰਗੋਬਿੰਦ ਤੈਨੂੰ ਅਸੀਂ ਸ਼ਸਤਰ ਸਿਖਾਏ ਨੇ, ਤੈਨੂੰ ਅਸੀਂ ਘੋੜੇ ਤੇ ਚੜ੍ਹ ਕੇ ਘੋੜਾ ਦੜਾਉਣਾ ਸਿਖਾਇਆ, ਅਸੀਂ ਤੈਨੂੰ ਜੰਗ ਯੁੱਧ ਦੀਆਂ ਨੀਤੀਆਂ ਸਿਖਾਈਆਂ ਨੇ। ਬਾਬਾ ਬੁੱਢਾ ਸਾਹਿਬ ਨੇ ਸਿਖਾਈਆਂ ਸਾਰੀਆਂ। ਜਿੱਥੇ ਜਨਮਦਾਤਾ ਹਨ, ਅਰਦਾਸ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਅਵਤਾਰ ਹੁੰਦਾ ਤਾਂ ਸ਼ਸਤਰ ਪਹਿਨਾਉਣ ਵਾਲੇ ਵੀ ਆਪ ਹੀ ਹਨ। ਮਤਲਬ ਇੱਕ ਬ੍ਰਹਮ ਗਿਆਨੀ, ਸ਼ਾਂਤ ਚਿੱਤ, ਪੰਜ ਪਾਤਸ਼ਾਹਾਂ ਦੇ ਦਰ ਰਹਿਣ ਵਾਲਾ, ਚਰਨਾਂ ਨੂੰ ਸੇਵਣ ਵਾਲਾ ਔਰ ਮੱਥੇ ਤੇ ਤਿਲਕ ਦੇਣ ਵਾਲਾ, ਗੁਰਿਆਈ ਦੇਣ ਵਾਲਾ ਗੁਰ ਅੰਗਦ ਸਾਹਿਬ, ਗੁਰ ਅਮਰਦਾਸ, ਗੁਰ ਰਾਮਦਾਸ, ਗੁਰੂ ਅਰਜਨ ਸਾਹਿਬ ਮਹਾਰਾਜ ਔਰ ਛੇਵੇਂ ਗੁਰਦੇਵ ਨੂੰ। ਤੇ ਅੱਜ ਇਹ ਸ਼ਾਂਤ ਚਿੱਤ ਬਾਬਾ, ਬਜ਼ੁਰਗ ਬਾਬਾ, ਜਿਹੜਾ ਸ਼ਾਂਤੀ ਦੀਆਂ ਗੱਲਾਂ, ਭਗਤੀ ਦੀਆਂ ਗੱਲਾਂ ਕਰਦਾ, ਅੱਜ ਟਿੱਕਾ ਲਾ ਕੇ ਤੇ ਦੋ ਤਲਵਾਰਾਂ ਲੈ ਕੇ ਆ ਗਿਆ, ਸ਼ਸਤਰ ਲੈ ਕੇ ਆ ਗਿਆ ਤੇ ਪਹਿਨਾ ਦਿੱਤੇ। ਕਿਉਂਕਿ ਅਸਲ ਦੇ ਵਿੱਚ ਗੱਲ ਉਦੋਂ ਹੀ ਬਣਦੀ ਜਦੋਂ ਸ਼ਿਸ਼ ਤੇ ਗੁਰੂ ਇੱਕ ਦੂਜੇ ਦੀ ਗੱਲ ਸਮਝ ਲੈਣ, ਗੁਰੂ ਤੇ ਚੇਲੇ ਦੀ ਸੰਧ ਮਿਲ ਜਾਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਬਾਬਾ ਬੁੱਢਾ ਸਾਹਿਬ ਦੀ ਸੰਧ ਮਿਲੀ, ਭਾਈ ਗੁਰਦਾਸ ਸਾਹਿਬ ਦੀ ਮਿਲੀ, ਵਿਚਾਰ ਹੋਈ। ਇਹ ਸੰਸਾਰ ਨੂੰ ਹੁਣ ਨਾਰੀਅਲ ਖਾਣਾ ਤੇ ਨਾਰੀਅਲ ਤੋੜਨਾ ਪਏਗਾ। ਪਾਣੀ ਪੀਣਾ ਤੇ ਖੂਹ ਦੇ ਵਿੱਚੋਂ ਬਾਲਟੀ ਬੰਨ ਕੇ ਵਿੱਚ ਵਗਾਣੀ ਪਏਗੀ, ਫਿਰ ਪਾਣੀ ਕੱਢਣਾ ਪਏਗਾ। ਮਣੀ ਚਾਹੀਦੀ ਤੇ ਸੱਪ ਦੇ ਸਿਰ ਨੂੰ ਮਾਰਨਾ ਪਏਗਾ, ਸੱਪ ਨੂੰ ਮਾਰਨਾ ਪਏਗਾ ਤਾਂ ਮਣੀ ਲਈ ਜਾਏਗੀ। ਤੇਲ ਚਾਹੀਦਾ, ਤਿਲਾਂ ਨੂੰ ਪੀੜਨਾ ਪਏਗਾ। ਜੇ ਸੰਸਾਰ ਦੇ ਅੰਦਰ ਸੁੱਖ ਤੇ ਹਲੇਮੀ ਰਾਜ ਵਰਤਾਣਾ ਤਾਂ ਸ਼ਸਤਰ ਚੁੱਕਣਾ ਪਏਗਾ। ਬਸ ਕੱਲ ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋਈ ਪਰਸੋਂ ਦੇ ਦਿਨ, ਔਰ ਨਵੇਂ ਸਿਰਿਓਂ ਸਤਿਗੁਰਾਂ ਨੇ ਨਵੀਂ ਸਪਿਰਿਟ ਫੂਕ ਦਿੱਤੀ। ਐਡੀ ਵੱਡੀ ਸ਼ਹਾਦਤ ਤੋਂ ਬਾਅਦ ਜਿੱਥੇ ਘਰਾਂ ਦੇ ਵਿੱਚ ਆਂਸੂ ਵਗ ਰਹੇ ਸਨ, ਘਰਾਂ ਅੰਦਰ ਚੁੱਲ੍ਹੇ ਨਹੀਂ ਸਨ ਬਲ ਰਹੇ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਨਵਾਂ ਇਨਕਲਾਬ ਆਇਆ, ਨਵੀਂ ਕ੍ਰਾਂਤੀ ਆਈ। ਪਾਤਸ਼ਾਹ ਨੇ ਹੁਕਮ ਦੇ ਦਿੱਤੇ, ਸੋਗ ਕਰਨ ਦੀ ਚਿੰਤਾ ਨਹੀਂ, ਨਵੀਂ ਕ੍ਰਾਂਤੀ ਆ ਰਹੀ, ਨਵੀਂ ਕ੍ਰਾਂਤੀ, ਆਜ਼ਾਦੀ ਦੀ ਲਹਿਰ ਚੱਲੀ ਏ। ਗੁਰੂ ਅਰਜਨ ਸਾਹਿਬ ਮਹਾਰਾਜ ਆਜ਼ਾਦ ਕਰਕੇ ਸ਼ਹੀਦ ਹੋ ਗਏ। ਉਹ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਹਾ ਫਰਮਾਨ ਕਰਦਿਆਂ ਕਹਿ ਰਹੇ, ਇਹ ਸੱਚੇ ਦੀ ਸਭਾ ਵਿਸ਼ਾ ਲੰਮਾ, ਸਮਾਂ ਸੰਪੂਰਨ ਹੈ। ਆਓ ਇਹ ਸਵਈਆ ਭੱਟ ਸਾਹਿਬਾਨ ਜਿਵੇਂ ਫਰਮਾਨ ਕਰਦਿਆਂ ਕਹਿੰਦੇ ਨੇ, ਸੱਚ ਸਭਾ ਦੀਵਾਨ ਸੱਚ ਸੱਚੇ ਪੈ ਧਰਿਓ, ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ, ਸੱਚ ਸਿਰਜਿਓ ਸੰਸਾਰ ਆਪ ਭੁੱਲ ਨ ਭੁੱਲੋ, ਰਤਨ ਨਾਮ ਅਪਾਰ ਕੀ ਮਨਾ ਪਵੈ ਅਮੁੱਲੋ। ਜਿਹਨੇ ਸੰਸਾਰ ਸੱਚ ਤੋਂ ਸਿਰਜਿਆ ਹੈ, ਉਹ ਸੰਸਾਰ ਦੇ ਅੰਦਰ ਝੂਠ ਨੂੰ ਵੀ ਨਹੀਂ ਚੱਲਣ ਦਿੰਦਾ, ਸੱਚ ਨੂੰ ਵੀ ਓਨੀ ਓਜ਼ੋਨ ਤਾਕਤ ਦਿੰਦਾ ਤੇ ਸੱਚ ਦੇ ਪ੍ਰਕਾਸ਼ ਹੇਠ ਅੰਧੇਰਾ ਉੱਡ ਜਾਂਦਾ, ਸੱਚ ਦੇ ਪ੍ਰਕਾਸ਼ ਹੇਠ ਝੂਠ ਦੀਆਂ ਧੱਜੀਆਂ ਉੱਡ ਜਾਂਦੀਆਂ ਨੇ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚ ਰਹਿ ਜਾਂਦਾ ਹੈ।
ਬਹੁਤ ਬਹੁਤ ਵਧਾਈਆਂ ਸਤਿਗੁਰੂ ਜੀ ਦੇ ਤਖਤ ਰਚਨ ਦੀਆਂ। ਔਰ ਦਿੱਲੀ ਦਾ ਤਖਤ 9 ਫੁੱਟ ਲਾਲ ਕਿਲੇ ਦਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਨਹੀਂ, ਇਹ ਧਰਤੀ ਤੋਂ 13 ਫੁੱਟ ਦੀ ਉਚਾਈ ਤੇ ਹੋਏਗਾ, ਅਸੀਂ ਉੱਚਾ ਰੱਖਾਂਗੇ। ਜਿੱਥੇ ਇਹ ਹੁਕਮ ਸੀ ਕਿ ਉਹਦਾ ਪੁੱਤਰ ਵੀ ਨਗਾਰਾ ਨਹੀਂ ਸੀ ਵਜਾ ਸਕਦਾ, ਦਾਰਾ ਸਜਾਦ ਨੂੰ ਸਜ਼ਾ ਇਹੀ ਮਿਲੀ ਔਰੰਗਜ਼ੇਬ ਵੱਲੋਂ। ਕਹਿੰਦੇ ਵੀ ਤੂੰ ਨਗਾਰਾ ਕਿਉਂ ਵਜਾਇਆ, ਜਦ ਮੈਂ ਬੈਠਾ, ਮੈਂ ਬਾਦਸ਼ਾਹ, ਤੂੰ ਤੇ ਪੁੱਤਰ ਹੈ, ਕਿਉਂ ਨਗਾਰਾ ਵਜਾਇਆ? ਉਹਨੂੰ ਸਜ਼ਾ ਦੇ ਦਿੱਤੀ। ਪਰ ਸਤਿਗੁਰਾਂ ਨੇ 6ਵੇਂ ਜਾਮੇ ਦੇ ਅੰਦਰ ਹੀ ਇਹ ਇੱਕ ਲਹਿਰ ਉਠਾਈ ਜੋ 10ਵੇਂ ਜਾਮੇ ਅੰਦਰ ਮੁਕੰਮਲ ਹੋਈ। ਉਹ ਸਤਿਗੁਰੂ ਕਹਿੰਦੇ ਨਹੀਂ, ਸੱਚੇ ਦਾ ਤਖਤ ਹਮੇਸ਼ਾ ਉੱਚਾ ਰਹੇਗਾ। ਫਿਰ 2 ਨਿਸ਼ਾਨ ਸਾਹਿਬ ਗੱਡੇ, ਇੱਕ ਮੀਰੀ ਤੇ ਇੱਕ ਪੀਰੀ। ਪੀਰੀ ਦਾ ਨਿਸ਼ਾਨ ਸਾਹਿਬ ਹਰਮੰਦਰ ਸਾਹਿਬ ਵਾਲੇ ਪਾਸੇ ਹੈ ਔਰ ਮੀਰੀ ਦਾ ਨਿਸ਼ਾਨ ਸਾਹਿਬ ਅਕਾਲ ਤਖਤ ਵਾਲੇ ਪਾਸੇ ਹੈ। ਮੀਰੀ ਨੀਵੀਂ ਹੈ ਤੇ ਪੀਰੀ ਉੱਚੀ ਹੈ। ਭਗਤੀ ਉੱਚੀ ਹੈ ਤੇ ਸੰਸਾਰ ਦੀ ਧਨ ਮਾਇਆ ਦੌਲਤ ਜਿਹੜੀ ਆ ਨੀਵੀਂ ਹੈ। ਚਾਹੀਦੀਆਂ ਦੋਵੇਂ ਹੀ ਨੇ, ਪਰ ਨਾਮ ਉਹਦੇ ਨਾਲੋਂ ਜ਼ਿਆਦਾ ਚਾਹੀਦਾ। ਇਹ ਸਤਿਗੁਰਾਂ ਨੇ ਪ੍ਰਤੀਕ ਬੰਨਿਆ। ਸਮਾਪਤੀ ਹੈ। ਸੱਚੇ ਹੁਕਮ ਨਿਭਾ, ਸੱਚ ਤਪਾਵਸ ਕਰਿਓ, ਸੱਚ ਹੁਕਮ ਤੁਮਾਰਾ ਤਖਤ ਨਿਵਾਸੀ, ਸੱਚ ਹੁਕਮ ਤੁਮਾਰਾ ਤਖਤ ਨਿਵਾਸੀ, ਸੱਚ ਹੁਕਮ ਤੁਮਾਰਾ ਤਖਤ ਨਿਵਾਸੀ।